ਗੁਰੂ ਸਤਨਾਮ ਵਾਹਿਗੁਰੂ ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। अब मैं कौन उपाय करूं, जेह विद मन को संसा चूकै, भव निद पार परों। अब आवाज कट करो। अब मैं कौन उपाय करूं, जेह विद मन को संसा चूकै, भव निद पार परों। जन्म पाए कछ भलो न कीनो, ताते अधिक डरों। मन बच क्रम हर गुण नहीं गाए, यह जी सोच तरों। गुरमत सुन कछ ज्ञान न उपज्यो, पस ज्यों उदर भरों। कहो नानक प्रभ बिरद पछानो, तब हों पतित तरों। हम अवगुण भरे एक गुण नाही, अमृत छाड़ बिखै बिख खाई। माया मोह परम पै भूले, सुत दारा स्यों प्रीत लगाई। एक उत्तम पंथ सुनियो गुर संगत, तेह मिलंत जम त्रास मिटाई। एक अरदास पाठ कीरत की, गोर रामदास राखो शरणाई। एक अरदास पाठ कीरत की, गोर रामदास राखो शरणाई। सजन सच्चा पातशाह, सिर साहांदे साहो। जिस पास बैठिया सोही है, सबना दा वेसाहो। सजन सच्चा पातशाह, सिर साहांदे साहो। जिस पास बैठिया सोही है, सबना दा वेसाहो। सतनाम श्री वाहिगुरु साहिब जी। तनासरी भगत रविदास जी की। एक ओंकार सतगुर प्रसाद।
ਹਮ ਸਰ ਦੀਨ ਦਇਆਲ ਨ ਤੁਮ ਸਰ ਆਪ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਇਆਲ ਨ ਤੁਮ ਸਰ ਆਪ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਣੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਛੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹੇ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਬਿਛੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹੇ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਅੱਜ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਸ਼ਬਦ ਹੁਕਮ ਰੂਪ ਬਖਸ਼ਿਸ਼ ਕੀਤਾ ਹੈ, ਇਹ ਸ਼ਬਦ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਅੰਮ੍ਰਿਤ ਬਚਨ ਦੇ ਅੰਦਰ ਭਗਤ ਸਾਹਿਬ ਜੀ ਪਾਰ ਬ੍ਰਹਮ ਪਰਮੇਸ਼ਵਰ ਦੇ ਸਨਮੁਖ ਆਪਣੇ ਵੱਲੋਂ ਅਰਦਾਸ ਬੇਨਤੀ ਕਰਦੇ ਨੇ। ਅਤ ਦੀ ਨਿਮਰਤਾ ਅੰਦਰ ਆਪਣੇ ਆਪ ਨੂੰ ਦੀਨ ਔਰ ਪਾਰ ਬ੍ਰਹਮ ਪਰਮੇਸ਼ਵਰ ਨੂੰ ਦਿਆਲੂ ਔਰ ਪਰਮੇਸ਼ਵਰ ਜੀ ਦੇ ਸਨਮੁਖ ਬੇਨਤੀ ਕਰ ਰਹੇ ਆ ਕਿ ਆਪ ਜੀ ਦੇ ਜੋ ਬਚਨ ਨੇ ਮੇਰਾ ਮਨ ਪੂਰਨ ਤੌਰ ਤੇ ਉਹਨਾਂ ਬਚਨਾਂ ਨੂੰ ਸਿਦਕ ਦਿਲੀ ਨਾਲ ਮੰਨ ਲੇਵੇ ਤੇ ਅਖੀਰ ਬੇਨਤੀ ਹੈ, ਬਹੁਤ ਸਮਾਂ ਹੋ ਗਿਆ ਦੀਦਾਰ ਪਾਇਆਂ ਨੂੰ,
ਦਰਸ਼ਨ ਕੀਤਿਆਂ ਨੂੰ ਇਹ ਸਾਰਾ ਜਨਮ ਆਪ ਜੀ ਦੇ ਲੇਖੇ ਹੈ। ਆਪ ਮਿਹਰ ਕਰੋ, ਆਪਣਾ ਦੀਦਾਰ ਬਖਸ਼ੋ। ਆਓ ਸਾਧ ਸੰਗਤ ਜੀ, ਇਸ ਅੰਮ੍ਰਿਤ ਬਚਨ ਨੂੰ ਆਪਾਂ ਅੱਜ ਵਿਚਾਰ ਸਕੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਆਪ ਵਿੱਚ ਵਰਤ ਕੇ ਗੁਰੂ ਰਾਮਦਾਸ ਇਸ ਅੰਮ੍ਰਿਤ ਬਚਨ ਦੀ ਵਿਚਾਰ ਭੈ ਭਾਵਨਾ ਔਰ ਸ਼ਰਧਾ ਸੰਯੁਕਤ ਕਰਾ ਲਵੋ। ਕਥਨ ਔਰ ਸਰੋਤ ਨੂੰ ਇਕਾਗਰਤਾ ਦੀ ਦਾਤ ਬਖਸ਼ੋ। ਪਿਆਰ ਅਦਬ ਸਹਿਤ ਸਾਧ ਸੰਗਤ ਜੀ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਅਸੀਸ ਬਖਸ਼ਦੇ ਕੋਈ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਇਸ ਦਾ ਸੰਪਾਦਨ ਕਰ ਰਹੇ ਨੇ, ਉਸ ਵਕਤ ਸਤਿਗੁਰਾਂ ਨੇ ਭਗਤ ਸਾਹਿਬ ਜੀ ਦੀ ਇਸ ਪਵਿੱਤਰ ਬਾਣੀ ਨੂੰ, ਇਹਨਾਂ ਸ਼ਬਦਾਂ ਨੂੰ ਜੋ ਸਰਲੇਖ ਦਿੱਤਾ ਹੈ ਉਹ ਹੈ ਕਿ ਧਨਾਸਰੀ ਭਗਤ ਰਵਿਦਾਸ ਜੀ ਕੀ। ਲਫ਼ਜ਼ੀ ਅਰਥ ਬੜੇ ਸਰਲ ਨੇ ਜੀ। ਧਨਾਸਰੀ ਰਾਗ ਹੈ ਤੇ ਅੱਗੇ ਇੰਨਾ ਅਦਬ ਸਹਿਤ ਨਾਮ ਹਜ਼ੂਰ ਜੀ ਨੇ ਵਰਤਿਆ ਕਿ ਧਨਾਸਰੀ ਭਗਤ ਰਵਿਦਾਸ ਜੀ ਕੀ। ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਕੋਈ ਬਾਣੀ ਹੈ ਇਹ ਰਾਗ ਧਨਾਸਰੀ ਦੇ ਅੰਦਰ। ਥੋੜਾ ਜਿਹਾ ਇਸ ਸੰਬੰਧੀ ਮੈਂ ਆਰੰਭ ਵਿੱਚ ਅਰਜ਼ ਕਰਨੀ ਚਾਹਨਾ ਕਿ ਅਸੀਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹਦੇ ਹਾਂ, ਦਾਸ ਨੇ ਕਈ ਵਾਰ ਅਰਜ਼ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚੋਂ ਸਾਨੂੰ ਜਿਹੜੇ ਰੂਹਾਨੀ ਸ਼ਬਦ ਨੇ ਉਹਨਾਂ ਦੀ ਪਰਿਭਾਸ਼ਕ ਵਿਆਖਿਆ, ਇਉਂ ਕਹਿ ਲਓ ਉਹਨਾਂ ਦੇ ਪਰਿਭਾਸ਼ਕ ਅਰਥ ਮਿਲਦੇ ਆ। ਫਿਰ ਸ਼ਬਦ ਆਪ ਜੀ ਸੁਣਿਓ ਕਿ ਜਿਹੜੇ ਰੂਹਾਨੀ ਸ਼ਬਦ ਵਰਤੇ ਗਏ ਆ, ਜਿਹੜੇ ਪਹਿਲਾਂ ਵੀ ਭਾਰਤ ਦੀ ਧਰਤੀ ਤੇ ਵਰਤੇ ਜਾਂਦੇ ਸਨ, ਉਹਨਾਂ ਦੀ ਪਰਿਭਾਸ਼ਕ ਜਿਹੜੇ ਅਰਥ ਨੇ ਉਹ ਸਤਿਗੁਰਾਂ ਨੇ ਦਿੱਤੇ ਨੇ, ਨਾ ਕਿ ਕੋਸ਼ਗਤ ਅਰਥ ਨੇ। ਜਿਵੇਂ ਅਸੀਂ ਸਤਿਗੁਰੂ ਦੀ ਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ ਬ੍ਰਹਮ ਗਿਆਨੀ, ਜੇ ਕੋਸ਼ ਵਿੱਚ ਅਰਥ ਦੇਖਾਂਗੇ ਤੇ ਇਹੀ ਕਹਿਣਗੇ ਜੋ ਬ੍ਰਹਮ ਕਾ ਗਿਆਤਾ ਹੈ ਉਹ ਬ੍ਰਹਮ ਗਿਆਨੀ। ਪਰ ਸਤਿਗੁਰੂ ਸਾਹਿਬ ਜਦੋਂ ਇਹਦੀ ਪਰਿਭਾਸ਼ਾ ਦੇਣਗੇ ਤੇ ਹਜ਼ੂਰ ਬਖਸ਼ਿਸ਼ ਕਰਨਗੇ ਕਿ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਕੋਸ਼ਗਤ ਅਰਥ ਨਹੀਂ, ਪਰਿਭਾਸ਼ਾ ਹੈ ਉਹਨਾਂ ਦੀ। ਅਸੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਅੰਦਰ ਦਰਵੇਸ਼ ਪੜ੍ਹਦੇ ਹਾਂ। ਮੈਂ ਥੋੜ੍ਹੀ ਜਿਹੀ ਸਿਰਫ ਬੇਨਤੀ ਇਸ ਸਰਲੇਖ ਦੇ ਸੰਬੰਧ ਵਿੱਚ ਭਗਤ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚੋਂ ਕਿ ਕਿੰਨੀ ਉਹਨਾਂ ਨਿਰਮਾਣਤਾ ਚਾਹੇ ਬਚਨ ਕਹੇ। ਜਦੋਂ ਅਸੀਂ ਸ਼ਬਦ ਦਰਵੇਸ਼ ਪੜ੍ਹਨੇ ਹਾਂ, ਭਾਵਾਂ ਕਿ ਮੂਲ ਸ਼ਬਦ ਜਿਹੜਾ ਹੈ ਉਹ ਦਰਵੇਜ਼ ਹੈ। ਇਹਦਾ ਲਫ਼ਜ਼ੀ ਅਰਥ ਹੈ ਕਿ ਜਿਹੜਾ ਦਰਵਾਜ਼ੇ ਦੇ ਉੱਤੇ ਲਟਕਿਆ ਹੋਇਆ ਹੈ, ਆਪਣੇ ਮਾਲਕ ਦੇ ਬੂਹੇ ਤੇ ਡਿੱਗਿਆ ਹੈ। ਤੇ ਸਤਿਗੁਰੂ ਜਦੋਂ ਦਰਵੇਸ਼ ਦੀ ਪਰਿਭਾਸ਼ਾ ਦੇਣਗੇ ਉਦੋਂ ਇਹ ਦੇਣਗੇ ਦਿਲ ਦਰਵਾਨੀ ਜੋ ਕਰੇ ਦਰਵੇਸ਼ੀ ਦਿਲ ਰਾਸ। ਜਿਹੜਾ ਆਪਣੇ ਦਿਲ ਦਾ ਪਹਿਰਾ ਦੇਣ ਲੱਗ ਪਵੇ, ਸਹੀ ਅਰਥਾਂ ਵਿੱਚ ਉਹ ਹੀ ਪਰਮਾਤਮਾ ਦਾ ਦਰਵੇਸ਼ ਹੈ। ਫਿਰ ਦੇਖੋ ਇਹ ਪਰਿਭਾਸ਼ਕ ਅਰਥ ਨੇ। ਹੁਣ ਸ਼ਬਦ ਅਸੀਂ ਗਿਆਨੀ ਵਰਤਨੇ ਆ। ਮੈਂ ਸਿਰਫ 2-4 ਬੇਨਤੀਆਂ। ਅਸੀਂ ਕਹਿੰਦੇ ਹਾਂ ਗਿਆਨੀ, ਤੇ ਉਂਝ
ਕੁਝ ਸ਼ਬਦ ਜਿਹੜੇ ਨੇ ਅੱਜ ਦੀ ਪੰਜਾਬੀ ਵਿੱਚ ਅਲੋਪ ਹੋ ਚੁੱਕੇ ਨੇ, ਪਰ ਸਤਿਗੁਰਾਂ ਨੇ ਉਸ ਸ਼ਬਦ ਨੂੰ ਸਾਂਭ ਕੇ ਰੱਖਿਆ ਹੈ। ਦੋ ਤਰ੍ਹਾਂ ਨਾਲ ਸ਼ਬਦ ਆਉਂਦਾ, ਇੱਕ ਗੱਗੇ ਨਾਲ ਗਿਆਨੀ ਆਉਂਦਾ ਤੇ ਦੂਸਰਾ ਸਤਿਗੁਰਾਂ ਨੇ ngੰਗੇ ਨਾਲ ਵੀ ਗਿਆਨੀ ਦਰਜ ਕੀਤਾ ਹੋਇਆ ਹੈ। ਇੱਕ ਗਿਆਨ ਗੱਗੇ ਨਾਲ ਹੈ, ਦੂਸਰਾ ngੰਗੇ ਨਾਲ ਹੈ। ਜਿਵੇਂ ਅਸੀਂ ਪਾਠ ਕਰਨੇ ਆ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਪਰ ਦੂਸਰੇ ਪਾਸੇ ਮਹਾਰਾਜ ਜੀ ਨੇ ਗਿਆਨੀ ਸ਼ਬਦ ਵਰਤਿਆ। ਹੁਣ ਗਿਆਨੀ ਦੇ ਲਫ਼ਜ਼ੀ ਅਰਥ ਆਪਾਂ ਆਪਣੇ ਸਿੱਖਾਂ 'ਚ ਪਾਠ ਕਰਨ ਵਾਲਾ, ਗ੍ਰੰਥੀ ਸਾਹਿਬ ਜਾਂ ਕਥਾ ਕਰਨ ਵਾਲਾ ਜਾਂ ਕੀਰਤਨ ਕਰਨ ਵਾਲਾ, ਪਰ ਜਦੋਂ ਗੁਰੂ ਗ੍ਰੰਥ ਸਾਹਿਬ 'ਚ ਗਿਆਨੀ ਦੀ ਪਰਿਭਾਸ਼ਾ ਲੱਭੀਏ ਤੇ ਉਹ ਬਚਨ ਹੈ ਕਿ ਪਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ, ਗੁਰ ਪ੍ਰਸਾਦ ਕਰੈ ਵਿਚਾਰ, ਸੋ ਗਿਆਨੀ ਦਰਗਾਹ ਪ੍ਰਵਾਨ। ਉੱਥੇ ਸਤਿਗੁਰਾਂ ਨੇ ਮੇਰੇ ਕਹਿਣ ਤੋਂ ਮੁਰਾਦ ਜਿੰਨੇ ਰੂਹਾਨੀ ਸ਼ਬਦ ਨੇ ਜੀ, ਉਹਨਾਂ ਦੀ ਪਰਿਭਾਸ਼ਕ ਅਰਥ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਨੇ। ਹੁਣ ਅੱਜ ਹੈ ਸ਼ਬਦ ਭਗਤ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਸ਼ਬਦ ਪੜ੍ਹਦੇ ਹਾਂ ਭਗਤ, ਕਿਉਂਕਿ ਪਹਿਲਾਂ ਮੈਂ ਸਰਲੇਖ ਦੀ ਸਿਰਫ ਕਥਾ ਤਨਾਸਰੀ ਭਗਤ ਰਵਿਦਾਸ ਜੀ ਕੀ ਭਗਤ ਸ਼ਬਦ, ਸਤਿਗੁਰਾਂ ਨੇ ਇਹਦੀ ਪਰਿਭਾਸ਼ਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਹੈ। ਉਂਝ ਜਿਹੜੇ ਕਈ ਸੱਜਣ ਨੇ ਉਹ ਅੱਖਰਗਤ ਅਰਥ ਵੀ ਕਰਦੇ ਆ, ਜਿਉਂ 3 ਅੱਖਰ ਨੇ ਭੱਬਾ ਗੱਗਾ ਤੇ ਤੱਤਾ। ਭਗਤ ਉਹ ਅੱਖਰਗਤ ਆਪਣੇ ਢੰਗ ਨਾਲ ਕਰਦੇ ਆ, ਕਿਉਂਕਿ ਅੱਖਰਗਤ ਅਰਥ ਵੀ ਬੜੀ ਵੱਡੀ ਮਹਾਨਤਾ ਰੱਖਦੇ ਨੇ। ਜਿਵੇਂ ਅਸੀਂ ਸ਼ਬਦ ਪੜ੍ਹਨੇ ਆ ਗੁਰੂ, ਇਹ 2 ਅੱਖਰ ਗੱਗਾ ਔਂਕੜ ਰਾਰੇ ਨੂੰ ਦੁਲੰਕੜ ਹੈ। ਇਹਦੇ ਅੱਖਰੀ ਅਰਥ ਨੇ ਗੋ ਦਾ ਅਰਥ ਹਨੇਰਾ ਤੇ ਰੂਹ ਦਾ ਅਰਥ ਚਾਨਣ। ਇਸੇ ਤਰ੍ਹਾਂ ਜਿਹੜਾ ਭਗਤ ਸ਼ਬਦ ਹੈ, ਇਹਦੇ ਅੱਖਰਗਤ ਜੇ ਵਿਵੇਚਨ ਕੀਤਾ ਜਾਏ, ਉਹਦੇ ਵਿੱਚ ਇਹ ਅਰਥ ਕਰਦੇ ਆ, ਭੱਬੇ ਦਾ ਅਰਥ ਹੈ ਭਗਤੀ, ਗੱਗੇ ਦਾ ਅਰਥ ਹੈ ਗਿਆਨ ਤੇ ਤੱਤੇ ਦਾ ਅਰਥ ਹੈ ਤਿਆਗ। ਇਹ ਅਰਥ ਕੀਤੇ ਗਏ। ਇਹਦਾ ਮਤਲਬ ਕਿ ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਜੀ ਦੀ ਪ੍ਰੇਮਾ ਭਗਤੀ ਕਰ ਰਿਹਾ ਹੈ ਤੇ ਗ੍ਰੰਥ ਪੜ੍ਹ ਕੇ, ਕਿਤਾਬਾਂ ਪੜ੍ਹ ਕੇ ਗਿਆਨ ਨਹੀਂ ਹੋਇਆ, ਸੱਚ ਇਹ ਵੇ ਜਿਹਨੂੰ ਭਗਤੀ ਦੇ ਵਿੱਚੋਂ ਰੂਹਾਨੀ ਗਿਆਨ ਮਿਲਿਆ ਹੈ। ਭੱਬਾ ਭਗਤ ਇਹ ਭਗਤੀ, ਗੱਗੇ ਤੋਂ ਗਿਆਨ ਤੇ ਤੱਤੇ ਤੋਂ ਤਿਆਗ। ਉਹਨਾਂ ਨੇ ਆਪਣੇ ਜਿਉਂਦੇ ਜੀ ਹੀ ਸੱਚ ਇਹ ਵੇ ਕਿ ਵਾਸ਼ਨਾ ਦਾ ਤਿਆਗ ਕਰ ਦਿੱਤਾ ਹੈ। ਇਸ ਨੂੰ ਥੋੜਾ ਜਿਹਾ ਹੋਰ, ਇਹ ਤਾਂ ਲਫ਼ਜ਼ ਅੱਖਰਗਤ ਅਰਥ ਕੀਤੇ ਜੀ। ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਭਗਤ ਦੀ ਜਿਹੜੀ ਪਰਿਭਾਸ਼ਾ ਹੈ ਉਹ ਸ਼ੇਖ ਫਰੀਦ ਸਾਹਿਬ ਜੀ ਨੇ ਦਿੱਤੀ ਹੈ। ਇਹ ਵੀ ਕਮਾਲ ਦੀ ਗੱਲ ਜੀ। ਬਾਕੀ ਭਗਤ ਸਾਹਿਬਾਨਾਂ ਦੇ ਨਾਲ ਜ਼ਿਆਦਾਤਰ ਸ਼ਬਦ ਨਾਮ ਨਾਲ ਜੋੜਿਆ ਭਗਤ, ਜਿਵੇਂ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਅੱਜ ਪੜ੍ਹ ਰਹੇ ਹਾਂ ਭਗਤ ਰਵਿਦਾਸ ਜੀ। ਪਰ ਬਾਬਾ ਫਰੀਦ ਸਾਹਿਬ, ਉਹਨਾਂ ਦੀ 3 ਸਰਲੇਖ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਜਿਨ ਥਾਵਾਂ ਤੇ ਬਾਣੀ ਰਾਗ ਆਸਾ, ਰਾਗ ਸੁਹੀ ਤੇ ਸ਼ਲੋਕ। ਕਿਸੇ ਥਾਂ ਤੇ ਹਜ਼ੂਰ ਨੇ ਉਹਨਾਂ ਨੂੰ ਭਗਤ ਸ਼ਬਦ ਨਹੀਂ ਵਰਤਿਆ, ਉੱਥੇ ਸ਼ਬਦ ਵਰਤਿਆ ਬਾਣੀ ਸ਼ੇਖ ਫਰੀਦ ਜੀ ਕੀ। ਹਾਲਾਂਕਿ ਬਾਬਾ ਸਾਹਿਬ ਦਾ ਮੁਕੰਮਲ ਨਾਮ ਸੀ ਬਾਬਾ ਫਰੀਦ ਸਾਹਿਬ ਦਾ ਸ਼ੇਖ, ਅਸੀਂ ਪੰਜਾਬੀ ਸੇਖ ਕਹਿੰਦੇ ਹਾਂ, ਸ਼ੇਖ ਫਰੀਦੁਦੀਨ ਮਸੂਦ ਗੰਜੇ ਸ਼ੱਕਰ। ਮੁਕੰਮਲ ਨਾਮ ਇਹ ਹੈ ਕਿ ਸ਼ੇਖ ਫਰੀਦੁਦੀਨ ਮਸੂਦ ਗੰਜੇ ਸ਼ੱਕਰ। ਪਰ ਸਤਿਗੁਰਾਂ ਨੇ ਜਿਹੜਾ ਸ਼ਬਦ ਉੱਥੇ ਵਰਤਿਆ ਜੀ, ਮੇਰੀ ਬੇਨਤੀ ਹੈ, ਉੱਥੇ ਉਹਨਾਂ ਨੇ ਬਿਲਕੁਲ ਭਗਤ ਨਹੀਂ ਸ਼ੇਖ ਵਰਤਿਆ। ਪਰ ਬਾਬਾ ਫਰੀਦ ਸਾਹਿਬ ਅਸੀਂ ਅਦਬ ਨਾਲ ਕਹਿੰਦੇ ਆ, ਉਹਨਾਂ ਨੇ ਸਭ ਤੋਂ ਪਹਿਲਾਂ ਭਗਤ ਦੀ ਪਰਿਭਾਸ਼ਕ ਅਰਥ ਜਿਹੜੇ ਦਿੱਤੇ ਆ, ਉਹ 3 ਅਰਥ 3 ਬਚਨ ਕਹਿੰਦੇ ਜਿਸ ਦੇ ਪਾਸ ਇਹ 3 ਗੁਣ ਨੇ। ਪਹਿਲਾ ਮਤ ਖੁੰਦੀ ਹੋਏ ਇਆਣਾ, ਦੂਸਰਾ ਤਾਣ ਖੁੰਦਾ ਹੋਏ ਨਿਤਾਣਾ, ਤੀਸਰਾ ਅਣ ਖੁੰਦਾ ਆਪ ਵੰਡਾਏ, ਤੇ ਅੱਗੇ ਬਾਬਾ ਜੀ ਕਹਿੰਦੇ ਕੋਈ ਐਸਾ ਭਗਤ ਸਦਾਏ। ਫਿਰ ਬੇਨਤੀ ਹੈ ਇਸ ਲਫ਼ਜ਼ ਨੂੰ ਨੀਵਾਂ ਮਤ ਸਮਝੀਏ। ਇੱਥੋਂ ਤੱਕ ਕਿ ਗੁਰੂ ਅਰਜਨ ਦੇਵ ਜੀ ਨੇ ਕਿ ਗੁਰੂ ਨਾਨਕ ਸਾਹਿਬ ਜੀ ਲਈ ਸ਼ਬਦ ਭਗਤ ਵਰਤਿਆ ਹੈ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ, ਏਕ ਜੀ ਕਿਆ ਬਖਾਨੇ। ਸਤਿਗੁਰੂ ਗੁਰੂ ਅਰਜਨ ਦੇਵ ਨੇ ਗੁਰੂ ਹਰਗੋਬਿੰਦ ਸਾਹਿਬ ਲਈ ਸ਼ਬਦ ਵਰਤਿਆ, ਜੰਮਿਆ ਪੂਤ ਭਗਤ ਗੋਬਿੰਦ ਕਾ। ਸਿਰਫ ਇੱਕ ਬੇਨਤੀ ਸੀ ਜੀ, ਭਗਤ ਦੇ 3 ਮਹਾਨ ਰੂਹਾਨੀ ਗੁਣ ਨੇ। ਸਭ ਤੋਂ ਪਹਿਲਾਂ ਮਤ ਦੇ ਧਣੀ ਨੇ, ਪਰ ਨਿਰਮਾਨਤਾ ਵਿੱਚ ਰਹਿੰਦੇ ਨੇ।
मत खुंदी होए ए आना, ताकत बहुत ज़्यादा है पर इन्नी रूहानी ताकत हो के जर के बैठे ने। तान खुंदा होए निताना, अण खुंदा आप वंडाए। उन्हां कोल थोड़े तो थोड़ा भी होवे, सच ये वे कि वो थोड़े तो थोड़ा भी वंड दिंदा है, उन्हों भगत कहिंदे आ। मैं आपनूं बेनती करा, भगत रविदास जी महाराज जिन्हां दे श्री गुरु ग्रंथ साहिब दे अंदर 40 शब्द ने, ये आप संगत नूं पता होना है। मैं अज थोड़ा जिहा तां इस गल ते अर्ज कर लगा क्योंकि भगतां दे अमृत बचनां विचों अज दी ये कथा जिन्ने दिन आपां कीती, पहले दिन हुक्म आया है। भगत रविदास महाराज जी दे 40 शब्द ने। एक श्लोक उहदे विच जिक्र ये भगत रविदास जी दे नाम दा कीता गया, पर सतगुरां ने तरतीब अनुसार वो श्लोक बाबा ये भगत कबीर साहब दे श्लोकां च रखे। वो श्लोक है, हरस्यों हीरा छाड़ के कर आन की आस, ते नर दोजक जाएंगे सत भाखै रविदास। वो भगत कबीर साहब दे श्लोकां विच आ रहा है। मेरी अर्ज है थोड़े जे बचन कि गुरु ग्रंथ साहब की बाणी विच गुरु साहब जी ने कैसे शब्द वरते ने भगत च लई। एक तो असी गुरु रामदास जी के बचन पढ़ने, रविदास चमार उस्तत करे, हर कीरत निमख एक गाए, पतित जात उत्तम भया, चार वर्ण पे पग आए। शब्द वरते धन गुरु रामदास जी ने कि भगत रविदास जी महाराज उस करते पुरख वाहिगुरू जी की उस्तत करते आ ते कहते चारे वर्णां दे लोग, खत्तरी ब्राह्मण शूद वैश्य, चारे वर्ण भगत रविदास महाराज जी दे चरना च आके मत्था टेकदे आ। सतगुरु दा बचन, नीच जात हर जपत्या उत्तम पदवी पाए, पूछो बिदर दासी सुतै, किसन उतरिया घर जी जाए। उहदे विच है रविदास चमार उस्तत करे, हर कीरत निमखिक गाए, पतित जात उत्तम भया, चार वर्ण पै पग आए। थे एक होर सन्मानयोग सिंह साहब और प्रधान जी बैठे आ। एक पतित शब्द इस धरती दे उत्ते वर्ण वंड वालियां ने दिता। उच्ची जात वाले ने कहा जी ये जात जड़ी पतित है। दूसरा पतित है कर्मा करके, अजामल गनका। पर सच ये वे गुरु ग्रंथ साहब की बाणी च जात करके किसी नूं भी पतित नहीं मन्निया गया। जे पतित है तो बंदा अपनी कर्म करतूत करके पतित है। इसे करके सतगुरां ने रह राज साहब जी के पाठ च आप पढ़ते हो, महाराज कहते खसम विसारै ते कमजात, जिसनों सतनाम वाहिगुरू भुल जाए, सही अर्थां विच ओ ही कमजात है। मेरी इस बेनती नूं मोड़ तोड़ के ना कोई अर्थ लैण वास्ते पासे तुर पे। हुण उत्थे पतित जात उत्तम भया वो शब्द वरते जिन्हां नूं लोक कह रहे सन, क्योंकि भगत जी अपना जिक्र आप भी करते अगे। उन्हां दी बाणी चो एक दो होर अर्ज गुरु अर्जुन साहब जी की बचन वरते आ। रविदास भगत रविदास साहब जी दे बारे, रविदास ढवंता ढोर नीत तिन त्यागी माया, प्रगट होवा साध संग हर दर्शन पाया। भाई गुरदास साहब दे शब्द ने भगत भगत जग वज्या, चौचक्कां दे विच चमरेटा। ये शब्द वरते सारी दुनिया च भगत भगत करके जेड़े चम दा काम कर रहे ने उत्थे लव चमरेटा है। भगत भगत जग वज्या, चौचक्कां दे विच चमरेटा, पाणा गंढा राह विच कुला धर्म ढोर समेटा। अगे शब्द वरते ने कि उन्हां दा हिरदा इन्ना पवित्र है कि जिमें मैले वस्त्रां दे विच कीमती रतन लपेटिया होवे, जौंकर मैले चितड़े हीरा लाल अमोल प्लेटा। कीमती हीरे नूं तुसीं पुराने कपड़े च भी रख दोगे प्यारिओ, ओदी कोई कीमत नहीं घटनी। अगे भगत जी कहंदे, भाई साहब कहंदे आ, चौं वर्ना उपदेश दा ज्ञान ध्यान कर भगत सखेटा। मैं सिर्फ एक बेनती कीती जी कि भगत रविदास साहब जी के संबंध विच गुरु साहबान जी, क्योंकि बचन तो होर बहुत ने गुरु ग्रंथ साहब च, एक मैं होर अर्ज करदा जावां कि गुरमुखो इन्नी निर्माणता भगत रविदास जी विच, उन्हां दी कुछ बचन मैं अज लैणे ने। सच एवे कबीर साहब भगत जी महाराज, उन्हां दी भी अमृत बाणी है। उन्हां नूं जे कोई जात दे नां ते गल कहंदा है ना, वो फिर समझो जी एक लफ्ज़ असीं वरतने हुंदे आ, पूरा उहदा घर पूरा करके तोड़दे आ। जे मान लो कोई शब्द कहंदा जी ये जुलाहे जात विचों है,
ਤੇ ਅੱਗੋਂ ਕਬੀਰ ਸਾਹਿਬ ਇਹ ਨਹੀਂ ਕਹਿੰਦੇ ਹੱਥ ਜੋੜ ਕੇ ਚਲੋ ਜੀ 7 ਬਚਨ, ਉਹ ਅੱਗੋਂ ਉੱਤਰ ਦਿੰਦੇ ਆ ਗਰਭਵਾਸ ਮੈਂ ਕੁਲ ਨਹੀਂ ਜਾਤੀ। ਜਦੋਂ ਮਾਂ ਦੇ ਢਿੱਡ 'ਚ ਬੰਦਾ ਜਨਮ ਤੋਂ ਪਹਿਲਾਂ ਹੁੰਦਾ ਕਿਹੜੀ ਜਾਤ ਹੈ ਤੈਨੂੰ ਪਤਾ ਸੀ? ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਕੌਰੇ ਪੰਡਿਤ हे विद्वान बंदिया कथा करने वाले ब्राह्मण कब के होए, ब्राह्मण कह के जन्म मत खोए। जो तो ब्राह्मण ब्राह्मणी जाया, तो आन बाट काहे नहीं आया। तुम कत ब्राह्मण खम कत सूद, खम कत लोहू तुम कत दूध। अगे भगत जी फिर ब्राह्मण की डेफिनेशन देंदे ने जी, वर्ण वंड तो ऊपर उठ के कहते कहो कबीर जो ब्रह्म विचार है, सो ब्राह्मण कहियत है हमारे। मैं फिर बेनती करा, सच है गुरु अमरदास मेरे मन च कई बार आउंदा कैसी नवीं परिभाषा दिती उस वक्त की जिहड़ी जात पात दे लोग करदे सन। महाराज जी ने असी सारे पढ़ने आ, कबीर साहब ने शब्द वरत्या जात जुलाहा मत का तीर, कबीर मेरी जात को सबको हसना खार, बलिहारी इस जात को जे जप्यो सिरजन खार। भगत नामदेव जी शब्द वरत्या छिपे के जन्म काहे को आया। पर जदों गुरु साहब गुरु अमरदास जी पूछिए कहन लगे दोनों ब्राह्मण ने, नामा छींबा कबीर जोलाहा, पूरे गुर ते गत भाई। अगले शब्द ने ब्रह्म के बेते, ये ब्रह्म के जानकार ने, ब्रह्म के बेते शब्द पछाणा खौमै जात गवाई। मेरी सिर्फ एक बेनती है भगत रविदास साहब उन्होंने जदों कोई कहता जी आ जात, वो फिर निम्रता ਸਾਹਿਤਕ शब्द है सिर्फ उन्हों का पढ़ देना, अर्थ विचों सिर्फ कर लेना। नागर जना मेरी जात बख्यात चमारन। कबीर साहब नूं कोई कहे वो कहता ना जो तो ब्राह्मण ब्राह्मणी जाया, तो आन बाट काहे नहीं आया। इत्थे निम्रता संयुक्त कहते हैं। नागर जना मेरी जात बख्यात चमारंग, सब नूं पता है ये लफ्ज मैं अपने कोलों नहीं बाणी चों ने, सब नूं पता है मेरी जात बख्यात चमारंग। पर तू झाती मार के देख हृदय राम गोबिंद गुण सारंग। मेरे हिरदे विच वाहिगुरू परमात्मा तो बिना कोई दूजी छा नहीं। अगला शब्द उन्हां दा अपना निजी तजर्बा है। इनू थोड़ा जिहा ध्यान नाल अर्थां नूं सुणियो, क्योंकि एक उदाहरण 2 तरीकों नाल लई गई। सुरसरी सललकृत बारनी रे, संत जन करत नहीं पानंग, सुरा नत अपवित्र जल रे, सुरसरी मिलत न खोए आनंग। थोड़े जे सिर्फ ये अर्थ आप यूँ कर लीए। सुरसरी का अर्थ है गंगा, क्योंकि भारत में गंगा की बहुत पूजा होंदी है, नदी पूजी जाती है जी। पर मैं एक बेनती आपनों करा जी, गुरु रामदास बचन करदे आ, ये गंगा जन्म जमुना ते सरस्वती भी अरदास कर दियां ने किते बंदगी वाले दे चरनां दी धूड़ मिल जाए, साडी भी मैल कट्टी जाए। ये बाणी जिने गंगा जमुना गोदावरी सरस्वती ते करें उदम धूर साधु के ताई। फिर अर्ज है गंगा पवित्र मनी गई। सुरसरी सलिल सल दा अर्थ लहरां, ओदियां लहरां जिहड़ा ओदा पानी है। कृत बारनी रे, बारनी दा अर्थ शराब। जे कोई ए गल प्रचारे जी ये गंगा जी दे पवित्र, मैं फिर बेनती करांगा दे अर्थ ना कोई होर समझ जाए, क्योंकि अजकल लोग पहले ही तैयार बैठे होंदे आ अर्थां दे अनर्थ बना ले। गंगा पवित्र है, ਇਹਦੀਆਂ लहरां दी शराब कढ़ के कोई ये प्रचार करे जी पी लो, ये तो गंगा जल चों निकलिया। रब की बंदगी करने वाले गंगा भावें पवित्र भी है, ਉਹਦੇ शराब वाल कदी झाती नहीं मारते। ਇਹਦਾ मतलब की होया, भाव की हो गया जी? अर्थ तो यह हो गया सुरसरी सलुकिरत बार नहीं रहे, संत जन करत नहीं पानंग। भाव अर्थ ये वे कि गंगा का पानी शराब बन जाए, ਉਹਨੂੰ कोई नहीं पींदा। उच्ची जात दे विच हो के जे तेनू जात का नशा हो गया ना, सच ए वे रब की बंदगी करने वालियां दी नज़र भी तू ही प्रवान नहीं होना। भाव अर्थ यह है। अगे सुरा नत अपवित्र जल रे, जे दारू होवे अपवित्र पानी होवे, सुरसरी मिलत न होए आनंग। ਇਹਦਾ अर्थ जे बंदा माड़ा भी होवे, जिवें मैला पानी गंगा के पानी च मिले पवित्र हो जाता है, जिन्हों तू जात करके नीवा कहना है, जो परमात्मा की भगती करदा गंगा तो ही पवित्र हो जाता है। वो एक बचन क्या उन्होंने, वो मैं होर अर्ज कर देना। उन्होंने बकायदा कहा कि जेड़े बनारस दे जी प्रधान पंडित सन जी, आम नहीं,
ਜਿਹੜੇ ਵੇਦਾਂ ਦੇ, ਸਿਮਰਤੀਆਂ ਦੇ, ਸ਼ਾਸਤਰਾਂ ਦੇ, ਉਪਨਿਸ਼ਦਾਂ ਦੇ, ਜਿਹੜੇ ਸੱਚੀ ਮੁੱਚੀ ਸਨਾਤਨ ਮਤ ਦੀ ਹਰ ਮਰਿਆਦਾ ਦੇ ਜਾਣਕਾਰ ਸਨ। ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਕਹਿੰਦੇ, ਵਾਹਿਗੁਰੂ ਜੀ ਤੁਹਾਡੇ ਚਰਨਾਂ ਤੋਂ ਕੁਰਬਾਨ ਜਾਵਾਂ। ਅੱਜ ਇਹੀ ਲੋਕ ਜਿਹੜੇ ਜਾਤ ਕਰਕੇ ਦੂਰ ਭਜਦੇ ਸਨ, ਇਹ ਬ੍ਰਾਹਮਣ ਆ ਕੇ ਪੈਰਾਂ 'ਚ ਮੱਥਾ ਟੇਕਦਾ, ਮੇਰੇ ਕਰਕੇ ਨਹੀਂ, ਇਹ ਤੁਹਾਡੇ ਨਾਮ ਕਰਕੇ ਹੈ। ਫਿਰ ਉਦਾਹਰਨ ਦਿੰਦੇ ਆ ਕਿ ਤਾੜੀ ਦਾ ਰੁੱਖ ਅਪਵਿੱਤਰ ਮੰਨਿਆ ਜਾਂਦਾ ਹੈ ਜੇ ਉਹਦੇ ਵਿੱਚੋਂ ਨਸ਼ਾ ਨਿਕਲਦਾ ਹੈ, ਪਰ ਤਾੜੀ ਦੇ ਰੁੱਖ ਦਾ ਜੇ ਕਾਗਜ਼ ਬਣ ਜਾਏ, ਉਸ ਕਾਗਜ਼ ਉੱਤੇ ਰਾਮ ਨਾਮ ਲਿਖ ਦਿਓ। ਜਿਸ ਰੁੱਖ ਨੂੰ ਲੋਕ ਕਹਿੰਦੇ ਨੇ ਅਪਵਿੱਤਰ ਹੈ, ਸ਼ਾਸਤਰ ਕਹਿੰਦਾ ਅਪਵਿੱਤਰ ਹੈ, ਉਹਦੇ ਕਾਗਜ਼ ਨੂੰ ਬਣਾ ਕੇ ਉੱਤੇ ਨਾਮ ਲਿਖ ਦਿਓ, ਸਾਰੀ ਦੁਨੀਆ ਮੱਥੇ ਟੇਕਦੀ ਹੈ। ਤਰ ਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰਨ, ਭਗਤ ਭਗੌਤ ਲਿਖੀਐ ਤੈਂ ਊਪਰੈ, ਪੂਜਿਆ ਕਰ ਨਮਸਕਾਰੰ। ਸਾਰੀ ਦੁਨੀਆ ਫਿਰ ਉਸ ਕਾਗਜ਼ ਨੂੰ ਮੱਥਾ ਟੇਕਦੀ, ਪੂਜਦੀ ਹੈ। ਹੁਣ ਅੱਗੇ ਆਪਣਾ ਜ਼ਿਕਰ ਕਰਦੇ ਨੇ, ਮੇਰੀ ਜਾਤ ਕੁੱਟ ਵੰਡ ਲਾ। ਮੇਰੀ ਜਾਤ ਉਹਨਾਂ ਵਿੱਚੋਂ ਹੈ ਜਿਹੜੇ ਚਮੜਾ ਕੱਟਦੇ ਤੇ ਕੁੱਟਦੇ ਨੇ। ਫਿਰ ਬੇਨਤੀ, ਮੇਰੀ ਜਾਤ ਕੁੱਟ ਵੰਡ ਲਾ, ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ। ਹੁਣ ਕੀ ਹੋਇਆ ਜੀ? ਅਬ ਵਿਪਰ ਪ੍ਰਧਾਨ ਤੈ ਕਰੈ ਡੰਡੌਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਹੈ ਪ੍ਰਭੂ ਜੀ, ਇਹ ਆਪ ਜੀ ਦੇ ਨਾਮ ਦੀ ਤਫੈਲਿਸ਼ ਹੈ। ਜੇ ਵੱਡੇ ਵਿਦਵਾਨ ਪੰਡਿਤ ਮੱਥਾ ਟੇਕ ਰਹੇ ਨੇ, ਮੇਰੀ ਜਾਤ ਕਰਕੇ ਨਹੀਂ, ਇਹ ਤੇਰੀ ਇਬਾਦਤ ਤੇ ਤੇਰੇ ਨਾਮ ਕਰਕੇ ਨੇ। ਮੇਰੇ ਕਹਿਣ ਤੋਂ ਮੁਰਾਦ ਇਹ ਸੀ, ਬੜਾ ਥੋੜਾ ਜਿਹਾ ਮੈਂ ਇਹ ਬਚਨ ਲਿਆ ਜੀ, ਕਿਉਂਕਿ ਭਗਤ ਸਾਹਿਬ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ 'ਚ ਇਹਦੇ ਤੋਂ ਹੈ। ਪਹਿਲਾ ਸ਼ਬਦ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਕਟਿਕ ਜਲ ਤਰੰਗ ਜੈਸਾ, ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਕਿ ਮੈਂ ਕਿਹੜੀ ਸੋਚਣਾ, ਏਡੀ ਵੱਡੀ ਗੱਲ ਕਰਦੇ ਨਹੀਂ। ਕਹਿੰਦੇ ਤੁਹਾਡੇ ਸਾਰੇ ਕੀਰਤਮ ਨਾਮ ਨੇ ਨਾ, ਤੁਸੀਂ ਕਿਸੇ ਗਰੀਬ ਦੀ ਮਦਦ ਕਰਦੇ ਹੋ, ਤੁਹਾਨੂੰ ਕਹਿੰਦੇ ਨੇ ਗਰੀਬ ਨਵਾਜ। ਹੇ ਮਾਲਕ, ਕਿਸੇ ਨੂੰ ਰਿਜ਼ਕ ਦੇਣਾ ਤੇ ਆਪ ਜੀ ਨੂੰ ਕਹਿੰਦੇ ਨੇ ਰਿਜ਼ਕ ਦਾਤਾ। ਕਹਿੰਦੇ ਬਾਕੀ ਤਾਂ ਤੇਰੇ ਸੁਭਾਅ ਚੋਂ ਨਿਕਲੇ ਹੋਏ ਤੇਰੇ ਨਾਮ ਨੇ, ਪਰ ਇੱਕ ਨਾਮ ਤੇਰਾ ਅਸਾਂ ਵੀ ਯੋਗਦਾਨ ਪਾਇਆ ਕਿ ਜੇ ਅਸੀਂ ਪਾਪ ਨਾ ਕਰਦੇ ਤੇ ਤੁਸੀਂ ਪਾਪਾਂ ਨੂੰ ਖੰਡਨ ਕਰਕੇ ਪਵਿੱਤਰ ਨਾ ਕਰਦੇ ਤੇ ਤੁਹਾਨੂੰ ਪਤਤ ਪਾਵਨ ਕਿੰਨੇ ਕਹਿਣਾ ਸੀ। ਇੱਕ ਵਿਦਵਾਨ ਕਹਿੰਦਾ, ਰੋਜ਼ੇ ਕਿਆਮਤ खुदा पूछेगा इन पाक बीनों से। फिर बेनती सुनो, पतत पावन, रोजे क्यामत खुदा पूछेगा इन पाक बीनों से, तुमने गुनाह क्यों ना करे किए, क्या मैं बख्शंद ना था। फिर अर्ज सुनियो, पतत पावन नाम कैसे खुंता। अज वो महापुरख भगत रविदास साहब जी, उन्होंने अपनी मुबारक रसना तो तनासरी राग च ये शब्द उच्चारण किया है। ਇਹਦਾ ਸਰਲੇਖ ਇਹਨਾਂ ਵੇਖੋ, ਇੰਨਾ ਅਦਬ ਸਹਿ ਸ਼ਬਦ ਤਨਾਸਰੀ ਭਗਤ ਰਵਿਦਾਸ ਜੀ ਕੀ। ਇਹ ਸ਼ਬਦ ਗੁਰੂ ਅਰਜੁਨ ਦੇਵ ਬਚਨ ਕਰ ਰਿਹਾ ਕਿ ਭਗਤ ਰਵਿਦਾਸ ਜੀ ਦਾ ਬਚਨ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ, ਅਸੀਂ ਇਹਦੇ ਬੜੀ ਵਾਰੀ ਅਰਥ ਕਰ ਰਹੇ ਹਾਂ। ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਇੱਕ ਹੈ, ਇੱਕ ਰਸ ਨੇ, ਅਦੁੱਤੀ ਨੇ, ਉਸ ਇੱਕ ਵਰਗਾ ਕੋਈ ਹੋਰ ਇੱਕ ਨਹੀਂ। ਉਸ ਇੱਕ ਓੰਕਾਰ ਪਰਮੇਸ਼ਵਰ ਤੱਕ ਪਹੁੰਚਣ ਲਈ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਨਾਲ ਹੀ ਮਿਲਿਆ ਜਾ ਸਕਦਾ ਹੈ। ਹਮ ਸਰ ਦੀਨ ਦਿਆਲ ਨ ਤੁਮ ਸਰ। ਭਗਤ ਰਵਿਦਾਸ ਜੀ ਮਹਾਰਾਜ ਪ੍ਰੇਮਾ ਭਗਤੀ ਚ ਭਿੱਜ ਕੇ ਪਹਿਲਾ ਬਚਨ ਕਰ ਰਹੇ ਨੇ, ਹਮ ਸਰ ਦੀਨ ਦਇਆਲ ਨਾ ਤੁਮ ਸਰ। ਪਿਆਰਿਓ, ਇਹ ਕੇਵਲ ਬਾਹਰਮੁਖੀ ਸ਼ਬਦ ਨਹੀਂ, ਜਿਵੇਂ ਇਹ ਕਹਿ ਲਓ ਜੀ ਕਿ ਐਵੇਂ ਸ਼ਬਦਾਵਲੀ ਵਰਤਨੀ, ਧੁਰ ਅੰਦਰ ਤੋਂ ਨਿਕਲੇ ਸ਼ਬਦ ਨੇ ਬਿਰਹਾ ਦੇ। ਹਮ ਸਰ ਦੀਨ, ਦੀਨ ਦਾ ਅਰਥ ਹੈ ਗਰੀਬ, ਦੀਨ ਦਾ ਅਰਥ ਕੰਗਾਲ ਵੀ ਕੀਤਾ ਹੈ। ਉਂਝ ਗੁਰੂ ਗ੍ਰੰਥ ਸਾਹਿਬ 'ਚ ਦੀਨ ਦਾ ਅਰਥ ਧਰਮ ਵੀ ਆਇਆ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਦੀਨ ਗਵਾਇਆ ਦੁਨੀ ਸੋ ਦੁਨੀ ਨਾ ਚਾਲੀ ਸਾਤ। ਪਰ ਇੱਥੇ ਦੀਨ ਦਾ ਅਰਥ ਹੈ ਜੀ ਗਰੀਬ। ਏਡੀ ਨਿਰਮਾਨਤਾ 'ਚ ਕਹਿੰਦੇ ਸਾਡੇ ਇਹ ਅਸਲ 'ਚ ਜਿਹੜਾ ਸ਼ਬਦ ਹੈ ਨਾ, ਹਮ ਸਰ ਦੀਨ, ਇਹਦੇ ਵਿੱਚ ਰੰਚਕ ਮਾਤਰ ਖੌਮੇ ਦੀ ਕੋਈ ਲੇਸ਼ ਹੀ ਨਹੀਂ, ਜੜ ਪੜ ਦਿੱਤੀ ਜੀ। ਕਹਿੰਦੇ ਨੇ ਵਾਹਿਗੁਰੂ ਜੀ ਆਪ ਜੀ ਵਰਗਾ ਦਿਆਲੂ ਕੋਈ ਨਹੀਂ। ਹਮ ਸਰ ਦੀਨ, ਹਮ ਦਾ ਅਰਥ ਮੈਂ, ਸਰ ਦਾ ਅਰਥ ਵਰਗਾ,
ਦੀਨ ਦਾ ਅਰਥ ਹੈ ਗਰੀਬ। ਸਾਡੇ ਵਰਗਾ ਕੋਈ ਦੀਨ ਨਹੀਂ ਤੇ ਪਰਮੇਸ਼ਵਰ ਜੀ ਆਪ ਜੀ ਵਰਗਾ ਕੋਈ ਦਿਆਲੂ ਨਹੀਂ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਆਪ ਜੀ ਵਰਗਾ ਕੋਈ ਦਿਆਲੂ ਨਹੀਂ, ਸਾਡੇ ਵਰਗਾ ਗਰੀਬ ਕੋਈ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾ ਜੀ ਦੀਨ ਦਿਆਲ ਦੇ ਅਰਥ ਕਰਦੇ ਇੱਕ ਬੜਾ ਪਿਆਰਾ ਬਚਨ ਕੀਤਾ ਹੈ। ਦੀਨ ਦਇਆਲ ਦਇਆ ਨਿਧ ਦੋਖਨ ਦੇਖਤ ਹੈ, ਵਿਸ਼ਰਾਮ ਇੱਥੇ ਵੀ ਜੀ। ਦੀਨ ਦਇਆਲ ਦਇਆ ਨਿਧ ਦੋਖਨ ਤੇ ਨਹੀਂ, ਦੀਨ ਦਇਆਲ ਦਇਆ ਨਿਧ ਦੀਨਾਂ ਤੇ ਦਇਆ ਕਰਨ ਵਾਲੇ ਦਇਆ ਦੇ ਖਜ਼ਾਨੇ। ਦੋਖਨ ਦੇਖਤ ਹੈ, ਸਾਡੇ ਗੁਨਾਹਾਂ ਨੂੰ ਦੇਖਦੇ ਪਏ ਨੇ ਪਰ ਦੇਤ ਨਾ ਹਾਰੇ। ਮਹਾਰਾਜ ਇੱਥੇ ਸ਼ਬਦ ਵਰਤ ਰਿਹਾ ਖਮ ਸਰ ਦੀਨ ਦਇਆਲ ਨਾ ਤੁਮ ਸਰ, ਸਾਡੇ ਵਰਗਾ ਗਰੀਬ ਕੋਈ ਨਹੀਂ, ਆਪ ਜੀ ਵਰਗਾ ਦਿਆਲੂ ਕੋਈ ਨਹੀਂ। ਅਬ ਪਤਿਆਰ ਕਿਆ ਕੀਜੈ। ਹੁਣ ਵੇਖੋ ਅਸੀਂ ਕਹਿੰਦੇ ਮੰਨ ਹੀ ਗਏ ਆ। ਕਈ ਵਾਰੀ ਕੋਈ ਗੱਲ ਮਨਾਨੇ ਆ ਨਾ ਵੀ ਜਿੰਨੀ ਦੇਰ ਤੱਕ ਆਹ ਨਹੀਂ ਗੱਲ ਮੰਨੇਗਾ, ਕਹਿੰਦੇ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਜੀ। ਅਬ ਪਤਿਆਰ ਕਿਆ ਕੀਜੈ, ਹੁਣ ਕਾਹਦਾ ਪਰਤਾਵਾ, ਕਾਹਦੀ ਪ੍ਰੀਖਿਆ, ਕਾਹਦੇ ਵਾਸਤੇ ਤੁਸੀਂ ਸਾਡੇ ਪਰਚੇ ਪਾਓਗੇ। ਅਸੀਂ ਤੁਹਾਡੇ ਕਹਿਣ ਤੋਂ ਬਿਨਾਂ ਹੀ ਅੰਦਰੋਂ ਸਵੀਕਾਰ ਕਰ ਲਿਆ ਹੈ ਕਿ ਆਪ ਜੀ ਵਰਗਾ ਦਿਆਲੂ ਕੋਈ ਨਹੀਂ ਤੇ ਸਾਡੇ ਵਰਗਾ ਗਰੀਬ ਕੋਈ ਨਹੀਂ। ਖਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਪਤਿਆਰ ਪਰਤਾਵਾ ਕਰਨਾ। ਹੁਣ ਕੀ ਲੋੜ ਹੈ ਵਾਰ-ਵਾਰ ਕਹਿਣ ਦੀ ਕਿ ਅਸੀਂ ਸੱਚਮੁੱਚ ਹੀ ਗਰੀਬ ਹਾਂ। ਬਚਨੀ ਤੋਰ ਮੋਰ ਮਨ ਮਾਨਾ। ਹੁਣ ਅਗਲੇ ਬਚਨ, ਬਚਨੀ ਤੋਰ ਮੋਰ ਮਨ ਮਾਨੈ। ਬਚਨੀ ਦਾ ਤੋਰ ਦਾ ਅਰਥ ਹੈ ਤੁਹਾਡੇ ਬਚਨ ਤੇ ਮੋਰ ਦਾ ਲਫ਼ਜ਼ੀ ਅਰਥ ਹੈ ਤੇ ਜੀ ਮੇਰਾ, ਮੇਰਾ ਮਨ। ਆਪ ਜੀ ਦੇ ਬਚਨਾਂ ਨਾਲ ਇਸ ਅਰਥ ਨੂੰ ਫਿਰ ਧਿਆਨ ਨਾਲ ਸੁਣੋ ਕਿਉਂਕਿ ਇਹਦੇ ਅਰਥ ਵੱਖ-ਵੱਖ ਕੀਤੇ ਗੁਰਮੁਖ ਟੀਕਾਕਾਰਨ। ਬਚਨੀ ਤੋਰ ਆਪ ਜੀ ਦੇ ਤੁਹਾਡੇ ਬਚਨ, ਮੋਰ ਮਨ ਮਾਨੈ। ਮੋਰ ਮਨ ਦਾ ਅਰਥ ਮੇਰਾ ਮਨ, ਮਾਨੈ ਦਾ ਅਰਥ ਮੰਨ ਜਾਏ। ਆਪ ਦਿਆਲੂ ਹੋ, ਇੱਕ ਕਿਰਪਾ ਕਰੋ, ਬੇਨਤੀ ਕਰ ਰਿਹਾ। ਬਚਨ ਆਪ ਜੀ ਦੇ, ਮਨ ਮੇਰਾ ਇਹ ਭਟਕੇ ਨਾ, ਇਹ ਪੂਰਨ ਸਿਦਕ ਤੇ ਭਰੋਸੇ ਨਾਲ ਵਾਹਿਗੁਰੂ ਜੀ ਇਸ ਗੱਲ ਨੂੰ ਮੰਨ ਜਾਏ। ਬਚਨੀ ਤੋਰ ਮੋਰ ਮਨ ਮਾਨੈ, ਮੇਰਾ ਮਨ ਮੁਕੰਮਲ ਤੌਰ ਤੇ ਨੂੰ ਸਮਝ ਜਾਏ। ਜਨ ਕਉ ਪੂਰਨ ਦੀਜੈ। ਜਨ ਕਉ ਪੂਰਨ ਦੀਜੈ। ਹੁਣ ਦਾਸ ਨੂੰ ਜੀ ਇੱਥੇ ਸ਼ਬਦ ਨਿਮਰਤਾ ਵਾਲੇ ਨੇ, ਦਾਸ ਨੂੰ, ਗਰੀਬ ਨੂੰ ਮੈਂ ਫਿਰ ਬੇਨਤੀ ਕਰਾਂਗਾ ਗੁਰਮੁਖੋ ਯਾਦ ਰੱਖਿਓ ਇੰਨਾ ਕੁ ਫਰਕ ਹੈ। ਜਦੋਂ ਸਿਰਫ ਬੋਧਕ ਤਲ ਤੇ ਗਿਆਨ ਹੁੰਦਾ ਹੈ ਨਾ ਜੀ, ਉਦੋਂ ਸਿਰ ਚੜ੍ਹ ਕੇ ਬੋਲਦਾ ਹੈ ਬੰਦਾ ਉਹਨਾਂ ਹੰਕਾਰ ਚਲੀ ਜਾਂਦਾ ਹੈ। ਜਿੱਥੇ ਭਗਤੀ ਦੀ ਦਾਤ ਆ ਜਾਂਦੀ ਹੈ, ਜਿੰਨਾ ਪਰਮਾਤਮਾ ਅੰਦਰ ਰੂਹਾਨੀਅਤ ਦਾ ਭਾਗ ਲਾਂਦਾ ਉਹਨਾਂ ਭਗਤ ਨਿਮਰਤਾ ਵੀ ਚਲਾ ਜਾਂਦਾ ਹੈ। ਇਸ ਨੂੰ ਥੋੜਾ ਜਿਹਾ ਫਿਰ ਧਿਆਨ ਨਾਲ ਸੁਣਿਓ। ਪਾਣੀ ਦੋ ਤਰੀਕਿਆਂ ਨਾਲ ਅਸੀਂ ਵਰਤਨੇ ਆ ਹਰ ਮੁਲਕ 'ਚ ਜੀ। ਪਹਿਲਾਂ ਸੀ ਇੱਕ ਪਾਣੀ, ਅੱਜ ਕੱਲ੍ਹ ਆਪਾਂ ਟੈਂਕ ਬਣਾਏ ਨੇ ਉੱਤੇ ਮਕਾਨ ਦੀ ਛੱਤ ਤੇ 5-5 7-7 ਮੰਜ਼ਲਾਂ ਉੱਤੇ, ਕਈ ਥਾਵਾਂ ਤੇ ਟੈਂਕੀਆਂ ਬੜੀਆਂ ਉੱਚੀਆਂ ਨੇ, ਉਹਦੇ 'ਚ ਵੀ ਪਾਣੀ ਹੈ। ਤੇ ਜਦੋਂ ਜ਼ਮੀਨ ਪੱਟਨੇ ਆ ਆਪਾਂ, ਕੂਪ ਖੂਹ ਜਿਹੜਾ ਲਾਉਂਦੇ ਆ ਉਹ ਜ਼ਮੀਨ ਪੱਟ ਕੇ ਲਾਉਂਦੇ ਆ, ਬਣਾਉਂਦੇ ਆ, ਤੇ ਉਹਦੇ ਵਿੱਚ ਵੀ ਪਾਣੀ ਹੈ। ਪਰ ਦੋਨਾਂ 'ਚ ਬੜਾ ਫਰਕ ਹੈ। ਟੈਂਕੀ ਦਾ ਪਾਣੀ ਆਪਣਾ ਅਨੁਭਵ ਨਹੀਂ, ਉਹਦੇ ਆਪਣੇ 'ਚੋਂ ਪੈਦਾ ਹੋਇਆ ਨਹੀਂ। ਸੱਚ ਇਹ ਵੇ ਕਿ ਟੈਂਕੀ 'ਚ ਪਾਣੀ ਉਧਾਰਾ ਗਿਆ ਹੈ, ਪ੍ਰੈਸ਼ਰ ਨਾਲ ਹੈ, ਤੇ ਹੈ ਵੀ ਉਧਾਰਾ, ਆਪਣਾ ਵੀ ਕੋਈ ਨਹੀਂ। ਤੇ ਹੰਕਾਰ ਇਹਨਾਂ ਸਿਰਫ ਅਰਥ ਕਰ ਲਈ ਸਭ ਤੋਂ ਉੱਚਾ ਸ਼ਿਖਰ। ਤੇ ਇਹ ਵੀ ਡਰ ਰਹਿੰਦਾ ਜੇ ਇੱਕ ਟੂਟੀ ਖੁੱਲੀ ਰਹੀ ਤੇ ਸਵੇਰ ਤੱਕ ਟੈਂਕੀ ਉਂਝ ਖਾਲੀ ਹੋ ਜਾਣੀ। ਗੁਰਮੁਖੋ ਟੈਂਕੀਆਂ ਛੱਤਾਂ ਤੇ ਬਣਦੀਆਂ ਨੇ, ਖੂਹ ਧਰਤੀ ਤੋਂ ਨੀਵੇਂ ਬਣਦੇ ਆ। ਭਗਤੀ ਕਰਨ ਵਾਲਾ ਖੂਹ ਦੀ ਤਰ੍ਹਾਂ ਹੁੰਦਾ ਹੈ, ਗਿਆਨ ਦਾ ਹੰਕਾਰੀ ਖਿਮਾ ਕਰ ਦਿਓ ਪਾਣੀ ਦੀ ਟੈਂਕੀ ਦੀ ਤਰ੍ਹਾਂ ਹੁੰਦਾ ਹੈ। ਅਗਲੀ ਗੱਲ, ਟੈਂਕੀ 'ਚ ਪਾਣੀ ਜਾਏਗਾ, ਕੁਝ ਅਗਾਂਹ ਨਿਕਲੇਗਾ। ਖੂਹ ਕੀ ਕਰਦਾ ਹੈ? ਉਹ ਕਹਿੰਦਾ ਤੇਰੇ 'ਚ ਦਮ ਹੋਣਾ ਚਾਹੀਦਾ ਹੈ, ਮੈਨੂੰ ਕੋਈ ਲੋੜ ਨਹੀਂ ਮੋਟਰਾਂ ਦੀ ਪਾਣੀ ਤੂੰ ਮੇਰੇ 'ਚ ਪਾਏ। ਕਿਉਂਕਿ ਖੂਹ ਆਪਣੇ ਆਪ ਅਸਲੀਅਤ ਹੈ ਕਿ ਉਸ ਸੋਮੇ ਨਾਲ ਜੁੜਿਆ ਹੋਇਆ ਜਿੱਥੋਂ ਪਾਣੀ ਨਿਰੰਤਰ ਆ ਰਿਹਾ ਹੈ। ਜਿੰਨਾ ਮਰਜੀ ਆਪ ਜੀ ਖੂਹ 'ਚੋਂ ਪਾਣੀ ਕੱਢ ਲਓ, ਖੂਹ ਓਨਾ ਪਾਣੀ ਹੋਰ ਪੈਦਾ ਕਰ ਦਿੰਦਾ ਹੈ। ਭਗਤੀ ਕਰਨ ਵਾਲਾ ਜਿੰਨਾ ਮਰਜੀ ਗਿਆਨ ਸੁਣਾਏ,
ਉਹਦਾ ਗਿਆਨ ਕਦੀ ਬਾਸੀ ਨਹੀਂ ਹੁੰਦਾ। ਖੂਹ ਦੀ ਤਰ੍ਹਾਂ ਉਹ ਉਸ ਸੋਮੇ ਨਾਲ ਜੁੜਿਆ ਜਿਹਦੇ ਵਿੱਚੋਂ ਗਿਆਨ ਜਨਮ ਲੈਂਦਾ ਹੈ। ਉਹ ਧਰਤੀ ਤੋਂ ਵੀ ਨੀਵਾਂ ਹੈ ਜੀ ਖੂਹ। ਇੱਥੇ ਭਗਤ ਸਾਹਿਬ ਦੀ ਜਦੋਂ ਮੈਂ ਨਿਰਮਾਣਤਾ ਦੇਖ ਰਿਹਾ, ਇਹ ਸ਼ਬਦ ਵਰਤ ਰਿਹਾ ਕਿ ਹਮ ਸਰ ਦੀਨ ਦयाल ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਪ੍ਰੋਫੈਸਰ ਭਾਈ ਜੋਧ ਸਿੰਘ ਉਹਨਾਂ ਨੇ ਇਹਦੇ ਅਰਥ ਕੀਤੇ ਜੀ, ਦਾਸ ਨੂੰ ਪੂਰਨ ਦਰਸ਼ਨ ਦਿਓ, ਇਹ ਅਰਥ ਕੀਤੇ। ਪਰ ਹਰ ਇੱਕ ਦੀ, ਕਿਉਂਕਿ ਕਈ ਸ਼ਬਦ ਐਸੇ ਨੇ ਜਿਹੜੇ ਆਪਣੀ ਮਤ ਅਨੁਸਾਰ ਅਰਥ ਹੁੰਦੇ ਆ। ਮੈਂ ਆਪ ਨੂੰ ਫਿਰ ਬੇਨਤੀ ਕਰਦੇ ਹਾਂ ਕਿ ਅਰਥਾਂ ਦਾ ਕਦੀ ਵੀ ਦਾਵਾ ਨਹੀਂ ਕਰਨਾ ਚਾਹੀਦਾ। ਅਰਥ ਕਹੀਏ ਜੀ ਮੈਂ ਮੁਕੰਮਲ ਕਰ ਗਿਆ ਅਰਥ, ਮੰਨ ਲਓ ਟੀਕੇ 'ਚੋਂ ਪੜ੍ਹ ਕੇ ਕਰ ਲੈ, ਅਨੁਭਵ ਵਿੱਚੋਂ ਅਰਥ ਨਿਕਲਣਾ ਤਾਂ ਰੱਬ ਦੀ ਕਿਰਪਾ ਹੈ। ਇਸ ਨੂੰ ਥੋੜ੍ਹਾ ਜਿਹਾ ਮੇਰੀ ਬੇਨਤੀ ਨੂੰ ਸੁਣਿਓ ਜੋ ਮੈਂ ਗੱਲ ਕਰ ਰਿਹਾ। ਹੁਣ ਭਗਤ ਰਵਿਦਾਸ ਸਾਹਿਬ ਜੀ ਦਾ ਮਹਾਰਾਜ ਦਾ ਇੱਕ ਬਚਨ ਹੈ, ਚਿੱਤ ਸਿਮਰਨ ਕਰੂੰ ਨੈਣ ਅਵਲੋਕਨੋਂ, ਸਰਵਣ ਬਾਣੀ ਸੋ ਜਸ ਪੂਰ ਰਾਖੂੰ, ਮਨ ਸੋ ਮਦਕਰ ਕਰੂੰ, ਚਰਨ ਹਿਰਦੈ ਧਰੂੰ, ਰਸਨ ਅੰਮ੍ਰਿਤ ਰਾਮ ਨਾਮ ਭਾਖੂੰ। ਉਸ ਬਚਨ ਵਿੱਚ ਰਾਹੋਂ ਦੀਆਂ ਤੁਕਾਂ ਨੇ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ। ਮੈਂ ਤਾਂ ਅਰਥ ਕਰ ਜਾਂਗਾ ਕਿ ਵਾਹਿਗੁਰੂ ਜੀ ਮੇਰੀ ਪ੍ਰੀਤ ਤੁਹਾਡੇ ਨਾਲੋਂ ਘਟ ਨਾ ਜਾਏ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਮੈਂ ਜਿੰਦ ਦੇ ਬਦਲੇ ਪ੍ਰੀਤ ਖਰੀਦੀਏ, ਪਰ ਯਾਦ ਰੱਖਿਓ ਮੈਂ ਅਰਥ ਕਰਨ ਵਾਲਾ ਵਾਂ, ਅਨੁਭਵ ਭਗਤ ਰਵਿਦਾਸ ਸਾਹਿਬ ਜੀ ਦਾ ਹੈ। ਫਿਰ ਅਰਜ ਹੈ ਮੇਰੇ ਕੇ ਅੰਦਰ ਉਹ ਚਰਨਾਟ ਥੋੜੀ, ਜਿਵੇਂ ਗੁਰੂ ਸਾਹਿਬ ਦਾ ਬਚਨ ਹੁੰਦਾ, ਮੂਲ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ, ਐਸੀ ਮਾਧੋ ਖਿੰਚ ਤਨੀ। ਇਹ ਵੀ ਅਰਥ ਬੜੇ ਕਮਾਲ ਦੇ ਨੇ ਜੀ। ਖਿੰਚ ਤਣੀ ਕੀ ਹੈ? ਉਂਝ ਵੈਸੇ ਗੁਰਮੁਖ ਅਰਥ ਹੀ ਕਰਦੇ ਆ ਜੀ ਵੀ ਤਣਾਵਾ, ਜਿੱਥੇ ਖਿੰਚ ਤਣੀ ਆ ਜਾਏ ਨਾ ਜੀ, ਉੱਥੇ ਰੰਚਕ ਵੀ ਵਿਰਲ ਨਹੀਂ ਰਹਿੰਦੀ। ਇਹਦੇ ਥੋੜ੍ਹੇ ਅਰਥ ਕਰਨ ਲਈ ਆਪਾਂ ਪੰਜਾਬ 'ਚ ਅੱਜ ਕੱਲ੍ਹ ਨਾ ਗੰਨਾ ਬੰਨ੍ਹ ਕੇ ਲਿਆਉਣਾ, ਜਦੋਂ ਟਰਾਲੀਆਂ ਲਾਦੇ ਨਾ, ਤੁਸੀਂ ਦੇਖੋ ਗੱਡੇ 'ਤੇ ਟਰਾਲੀ 'ਤੇ ਟਰੱਕ 'ਤੇ ਜਦੋਂ ਉਹ ਗੰਨਾ ਲੱਦਦੇ ਆ, ਕੋਈ ਚੀਜ਼ ਲੱਦਦੇ ਆ, ਇਹ ਪੂਰੇ ਜ਼ੋਰ ਨਾਲ ਰੱਸਿਆਂ ਨੂੰ ਖਿੱਚ ਕੇ, ਤਣਾਵਾਂ ਖਿੱਚ ਕੇ ਬੰਨ੍ਹਦੇ ਆ, ਉਹਦੇ ਵਿੱਚ ਉਂਗਲ ਨਿਕਲਣ ਦੀ ਵੀ ਗੁੰਜਾਇਸ਼ ਨਹੀਂ ਰਹਿੰਦੀ। ਇਹਦਾ ਮਤਲਬ ਮੇਰੀ ਪ੍ਰੀਤ ਤੁਹਾਡੇ ਨਾਲ ਇਸ ਤਰ੍ਹਾਂ ਖਿੰਚ ਤਣੀ ਹੈ, ਤੇਰੇ ਤੋਂ ਬਿਨਾਂ ਬਾਕੀ ਕੋਈ ਫੁਰਨਾ ਵੀ ਵਿੱਚੋਂ ਨਹੀਂ ਨਿਕਲ ਸਕਦਾ, ਐਸੀ ਖਿੰਚ ਤਣੀ ਹੈ। ਪਰ ਮੇਰੀ ਬੇਨਤੀ ਉਹ ਤਾਂ ਵਸਤਾ ਹੈ। ਇਹ ਮੈਨੂੰ ਇੰਝ ਲੱਗਦਾ ਸਾਹਿਬ ਸਾਨੂੰ ਇਹ ਸਮੱਤ ਦੇ ਰਹੇ ਨੇ ਭਗਤ ਜੀ, ਬਚਨੀ ਤੋਰ ਮੋਰ ਮਨ ਮਾਨੈ, ਬਚਨ ਆਪ ਜੀ ਦੇ ਮੇਰਾ ਮਨ ਮੰਨ ਜਾਏ। ਤੇ ਅਗਲੀ ਬੇਨਤੀ, ਜਨ ਕੋ ਪੂਰਨ ਦੀਜੈ, ਕਿਰਪਾ ਕਰੋ ਦਾਸ ਨੂੰ ਪੂਰਨ ਸਿਦਕ ਤੇ ਭਰੋਸਾ ਬਖਸ਼ ਦਿਓ, ਮੇਰਾ ਮਨ ਤੁਹਾਡੇ ਬਚਨਾਂ ਤੋਂ ਖੱਬੇ ਸੱਜੇ ਕਿਤੇ ਨਾ ਜਾਏ। ਜਨ ਕੋ ਪੂਰਨ ਦੀਜੈ, ਇਹ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਬਚਨ ਕਹੇ ਹਨ, ਹਉ ਬਲ ਬਲ ਜਾਉ ਰਮਈਆ ਕਾਰਣੇ। ਹਉ ਦਾ ਅਰਥ ਮੈਂ, ਬਲ ਬਲ ਦਾ ਅਰਥ ਕੁਰਬਾਨ ਜਾਣਾ। ਹਉ ਬਲ ਬਲ ਜਾਉ ਰਮਈਆ ਕਾਰਣੇ, ਰਾਮਈਆ ਦਾ ਅਰਥ ਸੋਹਣਾ ਰਾਮ ਪਰਮਾਤਮਾ ਵਾਹਿਗੁਰੂ। ਹੇ ਪਰਮੇਸ਼ਵਰ ਜੀ, ਮੈਂ ਆਪ ਜੀ ਤੋਂ ਬਲਿਹਾਰ ਜਾਨਾ, ਕੁਰਬਾਨ ਜਾਨਾ, ਸਦਕੜੇ ਜਾਂਦਾ ਖਾਂ। ਕਾਰਨ ਕਵਨ ਅਬੋਲ। ਹੁਣ ਸ਼ਬਦ ਹੈ ਕਾਰਨ ਕਵਨ ਅਬੋਲ। ਕੀ ਗੱਲ ਹੋ ਗਈ ਜੀ? ਵਾਹਿਗੁਰੂ ਕਿੱਡਾ ਪਿਆਰ ਭਰਿਆ ਸ਼ਬਦ ਹੈ। ਇਹ ਸਿਰਫ ਪ੍ਰੇਮਾ ਭਗਤੀ ਵਾਲਾ ਕਹਿ ਸਕਦਾ ਹੈ। ਕਾਰਨ ਕਵਨ ਅਬੋਲ, ਬੋਲ ਦੇ ਅਗੇਤਰ ਐੜਾ ਲੱਗਾ ਨਾ ਜੀ, ਅਬੋਲ। ਕਾਰਨ ਕਵਨ ਅਬੋਲ, ਕੀ ਗੱਲ ਹੋ ਗਈ ਜੀ? ਕੀ ਕਾਰਨ ਹੋ ਗਿਆ? ਸਾਡੇ ਨਾਲ ਕੂੰਦੇ ਕਿਉਂ ਨੇ? ਇਹ ਕੂਣਾ ਸ਼ਬਦ ਵੀ ਬੜਾ ਪੁਰਾਣਾ ਸੀ ਜੀ। ਅੱਜ ਕੱਲ੍ਹ ਤਾਂ ਬੋਲਦੇ ਸ਼ਬਦ ਕਹਿੰਦੇ ਆ ਨਾ, ਇੱਥੇ ਵੀ ਚਲੋ ਬੋਲ। ਕਾਰਨ ਕਵਨ ਅਬੋਲ, ਕਿਉਂ ਨਹੀਂ ਆਪ ਜੀ ਬੋਲਦੇ? ਕਿਉਂ ਨਹੀਂ ਸਾਡੇ ਨਾਲ ਕੂੰਦੇ? ਦੱਸੋ ਕੀ ਗੱਲ ਹੋ ਗਈ ਜੀ? ਸਾਡੇ ਨਾਲ ਕਿਉਂ ਮੂੰਹ ਬੰਦ ਕਰਕੇ ਬੈਠੇ ਹੋ? ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੀਏ, ਮਹਾਰਾਜ ਤਾਂ ਇੱਥੋਂ ਤੱਕ ਕਹਿੰਦੇ ਨੇ, ਇੱਕ ਵਾਰੀ ਮਹਿਬੂਬ ਤੂੰ ਬੋਲ ਤਾਂ ਸਹੀ। ਲੋਕ ਕਈ ਕਈ ਸਾਲ ਮਿਹਨਤ ਕਰਕੇ ਕਹਿੰਦੇ ਲੱਖਪਤੀ ਬਣੇ, ਮੈਂ ਤਾਂ ਉਦਣ ਹੀ ਲੱਖ ਵੱਟ ਕੇ ਲੈ ਜਾਵਾਂਗਾ ਜਿੱਦਣ ਇੱਕ ਵਾਰੀ ਖੱਸ ਕੇ ਮੇਰੇ ਨਾਲ ਬੋਲ ਪਵੇਗਾ। ਮਨ ਲੋਚਿਆ ਹਰ ਮਿਲਨ ਕੋ, ਕਿਉਂ ਦਰਸ਼ਨ ਪਾਈਆ, ਮੈਂ ਲੱਖ ਵਿੜਤ ਤੇ ਸਾਹਿਬਾ ਜੇ ਬਿੰਦ ਬੁਲਾਈਆਂ। ਕਾਰਨ ਕਵਨ ਅਬੋਲ, ਇੱਕ ਵਾਰੀ ਬਿੰਦ ਰੰਚਕ ਮਾਤਰ ਤੁਸੀਂ ਬੋਲੋ ਤਾਂ ਸਹੀ। ਜੇ ਤੁਸੀਂ ਬੋਲ ਪਏ ਮੈਂ ਲੱਖਾਂ ਵੱਟ ਲੈ। ਇਹ ਇੱਕ ਮਹਾਰਾਜ ਦਾ ਦੱਖਣਾ ਹੈ ਜੀ। ਤੂੰ ਚੌ ਸੱਜਣ ਮੈਡਿਆ। ਫਿਰ ਬੇਨਤੀ ਜੀ, ਚੌ ਦਾ ਲਫ਼ਜ਼ੀ ਅਰਥ ਹੈ ਬੋਲਣਾ। ਤੁਸੀਂ ਬੋਲੋ ਤਾਂ ਸਹੀ ਇੱਕ ਵਾਰੀ।
ਤੁਹਾਡੇ ਬੋਲ ਦੀ ਕੀਮਤ ਮੈਂ ਕੀ ਦਿਆਂਗਾ। ਇੱਥੇ ਮਹਾਰਾਜ ਕਹਿੰਦੇ ਕਾਰਨ ਕਵਨ ਅਬੋਲ, ਕਿਉਂ ਨਹੀਂ ਬੋਲ ਰਹੇ ਆਪ ਜੀ, ਕੀ ਗੱਲ ਹੋ ਗਈ। ਸ਼ਬਦ ਵਰਤ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ, ਤੇ ਤੂੰ ਚੌ ਸੱਜਣ ਮੈਡਿਆ, ਮੇਰੇ ਸੱਜਣਾ ਇੱਕ ਵਾਰੀ ਬੋਲ, ਤੇ ਤੇਰੇ ਬੋਲ ਦੀ ਕੀਮਤ ਕੀ ਹੈ, ਕੋਈ ਭੇਟਾ ਨਹੀਂ। ਬਸ ਤੁਹਾਡੇ ਬੋਲ ਦੀ ਕੀਮਤ ਇੰਨੀ ਹੈ, ਆਪਣਾ ਸਿਰ ਲਾ ਕੇ ਤੁਹਾਡੇ ਚਰਨਾਂ 'ਚ ਭੇਟ ਕਰਦਿਆਂ, ਕਿਉਂਕਿ ਤੁਹਾਡੇ ਬੋਲ ਦੀ ਕੀਮਤ ਦੁਨੀਆ ਦੇ ਪਦਾਰਥ ਨਾਲ ਪੈਂਦੀ ਨਹੀਂ। ਤੂੰ ਚੌ ਸੱਜਣ ਮੈਡਿਆ, ਦੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ। ਮੇਰੀਆਂ ਅੱਖਾਂ ਜਿਹੜੀਆਂ ਨੇ ਉਹ ਤਰਸ ਰਹੀਆਂ ਨੇ। ਕਦ ਪੱਸੀ, ਪੱਸੀ ਦਾ ਲਫ਼ਜ਼ੀ ਅਰਥ ਹੈ ਵੇਖਾਂ, ਮੈਂ ਕਦੋਂ ਆਪ ਜੀ ਦੇ ਦੀਦਾਰ ਕਰਾਂ। ਇੱਥੇ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਪਰਮੇਸ਼ਵਰ ਜੀ ਨੂੰ ਇਹ ਕਹਿ ਰਹੇ ਨੇ ਕਿ ਆਪ ਜੀ ਮੇਰੇ ਨਾਲ ਬੋਲੋ ਤਾਂ ਸਹੀ। ਉਂਝ ਸੱਚ ਜੇ, ਇਹ ਕਿਹੜੀ ਕੇਵਲ ਕਾਵ ਉਡਾਰੀ ਨਹੀਂ, ਇਹ ਤਖਯਲ ਨਹੀਂ ਵੀ ਪ੍ਰਮਾਤਮਾ ਗੱਲਾਂ ਕਰਦੇ ਨੇ ਜੀ, ਗੱਲਾਂ ਵੀ ਕਰਦੇ ਆ, ਬੋਲਦੇ ਵੀ ਨੇ, ਸੁਣਦੇ ਵੀ ਨੇ, ਤੇ ਸੋਗ 'ਚ ਨਹੀਂ ਬਹਿੰਦੇ। ਸੱਚੀ ਮੁੱਚੀ ਰੱਬ ਜੀ ਪੂਰਨ ਤੌਰ 'ਤੇ ਹੱਸਦੇ ਵੀ ਨੇ। ਜਿਨ੍ਹਾਂ ਨਾਲ ਹੱਸੇ ਉਹਨਾਂ ਬਾਣੀ 'ਚ ਕਿਹਾ। ਭਗਤ ਨਾਮਦੇਵ ਜੀ ਨਾਲ ਬੋਲੇ। ਮੈਂ ਥੋੜ੍ਹੀਆਂ ਜਿਹੀਆਂ ਉਦਾਹਰਨਾਂ ਦੇਣ ਲੱਗਾ ਕਿ ਕੀ ਇਹ ਬੋਲਦੇ ਨੇ, ਆਵਾਜ਼ ਆਉਂਦੀ ਹੈ, ਸੱਚੀ ਮੁੱਚੀ ਆਉਂਦੀ ਹੈ। ਜੇ ਆਵਾਜ਼ ਆਈ ਤੇ ਬਾਬਾ ਜੀ ਨੇ ਕਿਹਾ ਮਰਦਾਨਿਆਂ ਰਬਾਬ ਛੇੜ, ਬਾਣੀ ਆਈ ਹੈ, ਬੋਲ ਆ ਗਏ ਨੇ। ਪਰਮੇਸ਼ਵਰ ਬੋਲਦੇ ਵੀ ਨੇ ਤੇ ਹੱਸਦੇ ਵੀ ਨੇ। ਭਗਤ ਨਾਮਦੇਵ ਜੀ ਦਾ ਬਚਨ ਹੈ, ਏਕ ਭਗਤ ਮੇਰੇ ਹਿਰਦੈ ਬਸੈ, ਨਾਮੇ ਦੇਖ ਨਾਰਾਇਣ ਖਸੈ। ਵੈਗੁਰੂ ਹੱਸਦੇ ਨੇ ਤੇ ਬੋਲਦੇ ਵੀ ਨੇ। ਜਦੋਂ ਅਸੀਂ ਆ ਸ਼ਬਦ ਧਨਾਸਰੀ ਰਾਗ 'ਚ ਇਹ ਵੀ ਸ਼ਬਦ ਹੈ ਜੀ, ਜਿਹੜਾ ਭਗਤ ਰਵਿਦਾਸ ਨਾਮਦੇਵ ਜੀ ਦਾ ਹੈ। ਪਹਿਲ ਪੁਰਸ਼ਾ ਬਿਰਾ, ਪਹਿਲ ਪੁਰੀਏ ਪੁੰਡਰਿਕ ਵੰਨਾ, ਤਾਚੇ ਖੰਸਾ ਸਗਲੇ ਜੰਨਾ, ਕ੍ਰਿਸ਼ਨਾ ਤੇ ਜਾਨਉ, ਹਰ ਹਰ ਨਾਚੰਤੀ ਨਾਚਨਾ। ਪਹਿਲ ਪੁਰਸ਼ਾ ਬਿਰਾ, ਅਥੋਨ ਪੁਰਸ਼ਾ ਦਮਰਾ। ਪਹਿਲੇ ਪਹਿਲ ਕੇਵਲ ਪਰਮੇਸ਼ਵਰ, ਫਿਰ ਉਹਨਾਂ ਮਾਇਆ ਬਣਾਈ। ਅਸਗਾ ਅਸ ਉਸਗਾ ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ। ਨਾਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਤਰਕ ਨਾਚਾ ਭਰਮਈਆਂ ਚਾ, ਕੇਸਵਾ ਬਚੌਨੀ ਅਈਏ ਮਈਏ ਏਕ ਆਨ ਜੀਓ। ਪਿੰਦੀ ਉਬਕਲੇ ਸੰਸਾਰਾ, ਭ੍ਰਮ ਭਰਮ ਆਏ ਤੁਮਚੇ ਦੁਆਰਾ। ਹੁਣ ਜੇ ਕੋਈ ਪੁੱਛੇ ਵਾਹਿਗੁਰੂ ਜੀ ਬੋਲਦੇ ਨੇ, ਹੁਣ ਅੱਗੇ ਬੋਲ ਨੇ, ਫਿਰ ਬੇਨਤੀ ਸੁਣਿਓ। ਭ੍ਰਮ ਭਰਮ ਆਏ ਤੁਮਚੇ ਦੁਆਰਾ, ਤੇ ਪਰਮੇਸ਼ਵਰ ਜੀ ਆਵਾਜ਼ ਦੇ ਕੇ ਕਹਿੰਦੇ ਤੂੰ ਕੁਨ ਰੇ, ਕੌਣ ਹੋ ਤੁਸੀਂ। ਇਹ ਬੋਲੇ ਨੇ, ਮੈਂ ਜੀ ਮੇਰੇ ਤੋਂ ਪੁੱਛਿਆ ਜੇ। ਇੱਥੇ ਥੋੜੀ ਜਿਹੀ ਇੱਕ ਬੇਨਤੀ ਹੈ, ਕਿਉਂਕਿ ਆਪਾਂ ਸਮੇਂ ਅਨੁਸਾਰ ਅੱਜ ਸਮਾਪਤੀ ਕਰਨੀ ਹੈ। ਤੂੰ ਕੁਨ ਰੇ ਇਹ ਵੱਖਰਾ ਪਾਠ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਪੂਰਨ ਵਿਸ਼ਰਾਮ ਹੈ ਉਹ ਸਿਰਫ 2 ਡੰਡੀਆਂ ਹੀ ਨੇ, ਹੋਰ ਕੋਈ ਚਿੰਨ੍ਹ ਨਹੀਂ ਵਿਆਕਰਣ ਦਾ ਵਰਤਿਆ ਗਿਆ। 2 ਡੰਡੀਆਂ ਮੁਕੰਮਲ ਵਿਸ਼ਰਾਮ ਹੈ। ਤੂੰ ਕੁਨ ਰੇ ਸੈਂਟੈਂਸ ਪੂਰਾ ਹੋਏ ਜੀ। ਮੈਂ ਜੀ ਇਹ ਵੀ ਬਿਲਕੁਲ ਮੁਕੰਮਲ ਹੈ, ਤੇ ਨਾਮਾ ਸ਼ਬਦ ਵੀ ਜਿਹੜਾ 2 ਡੰਡੀਆਂ ਵਿੱਚ ਮੁਕੰਮਲ ਹੈ। ਇਹ ਥੋੜਾ ਜਿਹਾ ਬੇਨਤੀ ਸੁਣਿਓ। ਬੋਲਦੇ ਨੇ ਰੱਬ ਜੀ। ਭਗਤ ਜੀ ਕਹਿੰਦੇ ਮੇਰੇ ਨਾਲ ਕਿਉਂ ਨਹੀਂ ਬੋਲਦੇ, ਬੋਲੋ। ਹੁਣ ਇਹ ਜਿਹੜਾ ਸ਼ਬਦ ਹੈ ਤੂੰ ਕੁਨ ਰੇ, ਪਰਮੇਸ਼ਵਰ ਬੋਲ ਰਹੇ ਤੂੰ ਕੌਣ ਹੈ। ਆਮ ਅਰਥ ਕੀਤੇ ਜਾਂਦੇ, ਮੈਂ ਦਾਵਾ ਨਹੀਂ ਫਿਰ ਕਰਾਂਗਾ ਅਰਥਾਂ ਦਾ। ਅਸੀਂ ਕਰਨੇ ਮੈਂ ਜੀ ਨਾਮਾ, ਵਾਹਿਗੁਰੂ ਜੀ ਨੂੰ ਕਹਿ ਰਹੇ ਨੇ ਮੈਂ ਜੀ ਨਾਮਦੇਵ ਹਾਂ। ਜੇ ਅਰਥ ਬਰਾਬਰ ਇੱਕ ਹੁੰਦਾ ਤੇ ਫਿਰ ਨਾਮਦੇਵ ਤੇ ਮੈਂ ਜੀ ਵੱਖਰਾ ਵੱਖਰਾ ਕਿਉਂ ਹੈ। ਤੂੰ ਕੁਨ ਰੇ, ਤੂੰ ਕੌਣ ਹੈ, ਅੱਗੇ ਹੈ ਮੈਂ ਜੀ, ਫਿਰ ਇਹ ਨਾਮਾ। ਮੈਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਮੰਨ ਲਓ ਕੋਈ ਅੰਦਰ ਵੜ ਰਿਹਾ ਹੋਵੇ ਤੇ ਅੰਦਰ ਬੈਠਾ ਬਜ਼ੁਰਗ ਪੁੱਛਦਾ ਹੈ ਕਿ ਕੌਣ ਹੈ, ਤੂੰ ਕੌਣ ਹੈ। ਉਹ ਆਪਣਾ ਨਾਂ ਦੱਸਣ ਦੀ ਬਜਾਏ ਕਹਿੰਦਾ ਬਾਪੂ ਜੀ ਮੈਂ ਹਾਂ, ਤੇ ਬਾਪੂ ਆਵਾਜ਼ ਪਛਾਣਦੇ ਨੇ, ਨਾਲ ਹੀ ਕਹਿੰਦਾ ਫਲਾਣਾ ਸਿੰਘ ਹੈ, ਹਾਂਜੀ ਹਾਂਜੀ ਮੈਂ ਹੀ ਹਾਂ। ਹੁਣ ਦੇਖਿਓ ਆਵਾਜ਼ ਹੈ ਤੂੰ ਕੁਨ ਰੇ, ਤੂੰ ਕੌਣ ਹੈ। ਭਗਤ ਜੀ ਕਹਿੰਦੇ ਨੇ ਮੈਂ ਜੀ ਮੈਂ ਹਾਂ, ਤੇ ਵਾਹਿਗੁਰੂ ਕਹਿੰਦੇ ਨੇ ਨਾਮਾ, ਕਹਿੰਦੇ ਨੇ ਹੋ ਜੀ ਹਾਂ, ਨਾਮਦੇਵੀ ਹਾਂ। ਫਿਰ ਬੇਨਤੀ ਸੁਣਿਓ, ਪਰਮੇਸ਼ਵਰ ਜੀ ਗੱਲ ਕਰ ਰਿਹਾ। ਇੱਥੋਂ ਤੱਕ ਬਾਬਾ ਫਰੀਦ ਸਾਹਿਬ ਨਾਲ ਬੋਲੇ। ਜੇ ਸ਼ਬਦ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨਾ, ਫਰੀਦ ਸਾਹਿਬ ਨਾਲ ਬੋਲ ਕੇ ਕਹਿੰਦੇ ਨੇ ਆਪ ਸਵਾਰਾ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਇਹ ਬੋਲ ਨੇ। ਭਗਤ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਕਾਰਨ ਕਵਨ ਅਬੋਲ, ਬੋਲੋ ਤਾਂ ਸਹੀ ਮੇਰੇ ਨਾਲ।
ਕਿਉਂ ਨਹੀਂ ਆਪ ਜੀ ਬੋਲ ਰਹੇ? ਰਹਾਉ। ਇਹ ਦੋਨੋਂ ਬਚਨ ਜਿਹੜੇ ਨੇ ਇਹ ਰਹਾਉ ਦੀਆਂ ਤੁਕਾਂ ਨੇ। ਖਾਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ, ਅਖੀਰਲੇ ਬਚਨ ਨੇ ਜੀ। ਬਹੁਤ ਜਨਮ ਵਿਛੁਰੇ ਥੇ ਮਾਧੋ। हे ਪਾਰ ਬ੍ਰਹਮ ਪਰਮੇਸ਼ਵਰ ਜੀ, ਇੱਕ ਜਨਮ ਨਹੀਂ, ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ ਤੁਹਾਡੇ ਤੋਂ ਵਿਛੋੜਾ ਪੈ ਗਿਆ। ਬਹੁਤ ਜਨਮ ਵਿਛੜੇ ਥੇ ਮਾਧੋ, ਬਹੁਤ ਜਨਮ ਹੋ ਗਏ ਮਾਇਆ ਦੇ ਪਤੀ ਵਾਹਿਗੁਰੂ ਜੀ ਵਿਛੜਿਆ ਹੋਇਆ। ਇਹੋ ਜਨਮ ਤੁਮਾਰੇ ਲੇਖੇ। ਤੇ ਆ ਜਿਹੜਾ ਜਨਮ ਤੁਸੀਂ ਬਖਸ਼ਿਆ ਹੈ, ਮੇਰੀ ਬੇਨਤੀ ਇਸ ਗੱਲ ਨੂੰ ਧਿਆਨ ਨਾਲ ਤਵੱਜੋ ਦੇ ਕੇ ਸੁਣਿਓ ਕਿ ਜੇ ਆਪਾਂ ਇਹ ਕਹੀਏ ਜੀ ਮੈਂ ਘੰਟਾ ਲਾ ਦਿੱਤਾ ਜੀ ਪਾਠ ਤੇ, ਮੈਂ 2 ਘੰਟੇ 4 ਘੰਟੇ, ਬਸ ਆ ਜ਼ਰੂਰ ਉਹ ਚੇਤੇ ਰੱਖਿਓ, ਇੱਥੇ ਭਗਤੀ ਵਾਲੇ ਕਹਿ ਰਹੇ ਨੇ ਮੈਂ ਪੂਰਾ ਜਨਮ ਲਾ ਦਿੱਤਾ ਤੇ ਦਾਵਾ ਕੋਈ ਨਹੀਂ, ਅਜੇ ਵੀ ਆਸ ਨਾਲ ਜੀਨਾ ਦਰਸ਼ਨ ਹੋਣਗੇ। ਆਪਾਂ ਤਾਂ ਮੇਰੀ ਬੇਨਤੀ ਜ਼ਰੂਰ ਬੰਦਗੀ ਕਰੀਏ, ਪਰ ਇਸ ਤਰ੍ਹਾਂ ਨਹੀਂ ਮੈਂ 2 ਘੰਟੇ ਲਾਤੇ ਗੱਲ ਬਣੂਗੀ। ਏਡੇ ਵੱਡੇ ਮਹਾਂਪੁਰਖ ਕਹਿੰਦੇ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਇਹ ਸਾਰੇ ਦਾ ਸਾਰਾ ਜਨਮ ਆਪ ਜੀ ਦੇ ਲੇਖੇ ਲਾਇਆ ਹੈ। ਕਹੇ ਰਵਿਦਾਸ ਆਸ ਲਗ ਜੀਵੋ। ਸ਼ਬਦ ਦੀ ਸਮਾਪਤੀ ਤੇ ਭਗਤ ਜੀ ਕਹਿੰਦੇ ਨੇ, ਰਵਿਦਾਸ ਭਗਤ ਜੀ ਮਹਾਰਾਜ ਕਹਿ ਰਹੇ ਨੇ ਪੂਰਾ ਜਨਮ ਲਾ ਕੇ ਵੀ ਆਸ ਲੱਗ ਜੀਵੋਂ, ਮੈਂ ਅਜੇ ਵੀ ਆਸ ਨਾਲ ਜੀਣਾ ਪਿਆ ਵਾਂ, ਇਸ ਭਰੋਸੇ ਨਾਲ ਜੀ ਰਿਹਾ ਹਾਂ। ਚਿਰ ਭਇਓ ਦਰਸ਼ਨ ਦੇਖੇ। ਚਿਰ ਭਇਓ ਦਾ ਅਰਥ ਹੈ ਬਹੁਤ ਸਮਾਂ ਹੋ ਗਿਆ ਜੀ, ਕਈ ਜਨਮਾਂ ਦੇ ਵਿਛੜੇ ਹਾਂ। ਚਿਰ ਭਇਓ ਦਰਸ਼ਨ ਦੇਖੇ, ਚਿਰ ਹੋ ਗਿਆ ਤੁਹਾਡੇ ਦਰਸ਼ਨ ਕੀਤਿਆਂ, ਪਰ ਇਹਦੇ 'ਚ ਬੇਨਤੀ ਹੈ ਕਿ ਸਾਨੂੰ ਆਪਣੇ ਦਰਸ਼ਨ ਬਖਸ਼ੋ, ਮੇਰੇ ਨਾਲ ਬੋਲ ਲਵੋ। ਆਪ ਨੂੰ ਪਿਛਲੇ ਦਿਨੀ ਵੀ ਬੇਨਤੀ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜੀ ਦਰਸ਼ਨ ਪਿਆਸ ਦੀ ਬਹੁਤ ਵੱਡੀ ਥਾਂ ਹੈ। ਉਂਝ ਵੈਸੇ ਪੁਰਾਣੇ ਸ਼ਾਸਤਰਕਾਰ 4 ਤਰੀਕਿਆਂ ਨਾਲ ਦਰਸ਼ਨ ਕਹਿੰਦੇ ਸਨ, ਚਿੱਤਰ ਦਰਸ਼ਨ, ਸੁਪਨ ਦਰਸ਼ਨ, ਸਰਵਣ ਦਰਸ਼ਨ ਤੇ ਪ੍ਰਤੱਖ ਦਰਸ਼ਨ। ਇੱਥੇ ਸ਼ਬਦ ਵਰਤਿਆ ਪ੍ਰਤੱਖ ਦਰਸ਼ਨ ਦਿਓ। ਜਿਸ ਅੰਦਰ ਇਹ ਲਟਕ ਪੈਦਾ ਹੋ ਜਾਏ ਦਰਸ਼ਨਾਂ ਦੀ, ਉਹ ਸੱਚੀ ਮੁੱਚੀ ਲਿਲਕੜੀਆਂ ਲੈਂਦਾ ਹੈ। ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੂ ਨੀਤਾ ਨੀਤ। ਮੈਂ ਸਮਾਪਤੀ ਕਰ ਲੱਗਾ। ਇੱਕ ਮੇਰਾ ਮਨ ਕਰਦਾ ਸੀ, ਸਿੰਘ ਸਾਹਿਬ ਗਿਆਨੀ ਸ਼ਰਮ ਸਿੰਘ ਜੀ ਹੋਏ ਨੇ ਜੀ ਕੇਸਗੜ੍ਹ ਸਾਹਿਬ ਦੇ, ਉਹਨਾਂ ਨੇ ਕਵਿਤਾ ਬੜੇ ਕਮਾਲ ਦੀ ਲਿਖਦੇ ਸਨ। ਅੱਜ ਜਦੋਂ ਸ਼ਬਦ ਆਇਆ ਨਾ ਜੀ ਆਪਣਾ ਵੀ ਚਿਰ ਭਇਓ ਦਰਸ਼ਨ ਦੇਖੇ, ਉਹਨਾਂ ਦਾ ਇੱਕ ਡਿਉੜਾ ਹੈ, ਉਹ ਸ਼ਬਦ ਧਿਆਨ ਨਾਲ ਸੁਣਿਓ, ਇਸ ਲਈ ਕਿ ਅੱਜ ਸਾਰੇ ਗੁਰਮੁਖ ਬੈਠੇ ਤਾਂ ਇੱਕ ਬਿਰਹੀ ਦੀ ਤੜਪ ਕੀ ਹੈ। ਉਹ ਛੰਦ ਦੀ ਡਿਉੜਾ, ਜਿਵੇਂ ਭੁਜੰਗ ਪ੍ਰਿਆਤ ਛੰਦ, ਚਾਚਰੀ ਛੰਦ, ਇਸ ਤਰ੍ਹਾਂ ਡਿਉੜਾ ਹੁੰਦਾ ਹੈ। ਉਹਦੇ ਪਿੱਛੇ ਅੱਖਰ ਜਿਹੜੇ ਨੇ 2 ਇੱਕੋ ਜਿਹੇ ਹੁੰਦੇ ਨੇ, ਉਚਾਰਨ 'ਚ ਫਰਕ ਪੈ ਜਾਂਦਾ ਤੇ ਅਰਥ ਬਦਲ ਜਾਂਦੇ ਨੇ। ਉਹਨਾਂ ਦਾ ਇਹ ਕੋਈ 17 ਨੇ। ਨੂਣ ਨੈਣ ਜ਼ਾਹਿਰ ਕਰ ਦਿੰਦੇ, ਹਾਲ ਦਿਲੇ ਦਾ ਰੋ ਕੇ ਤੇ ਰਹਿਣ ਨਾ ਰੋਕੇ। ਸ਼ਬਦ ਸੁਣਿਓ, ਰੋ ਕੇ ਤੇ ਰੋਕੇ। ਜੇ ਆਪਾਂ ਲਿਖਾਂਗੇ ਤਾਂ ਇਸ ਤਰ੍ਹਾਂ ਹੀ ਲਿਖਣੇ ਆ ਨਾ। ਇਹਦਾ ਮਤਲਬ ਕਿ ਜਿਹਦੇ ਅੰਦਰ ਗੁਰੂ ਨੂੰ ਮਿਲਣ ਦੀ ਤੜਫ ਹੈ ਉਹ ਨਹੀਂ ਲੁਕ ਸਕਦਾ, ਕਿਉਂਕਿ ਅੰਦਰ ਦੇ ਵਿਛੋੜੇ ਦਾ ਦਰਦ ਅੱਖਾਂ ਰਾਹੀਂ ਪ੍ਰਗਟ ਜ਼ਰੂਰ ਹੁੰਦਾ ਹੈ। ਫਿਰ ਅਰਸ ਨੂਣ ਨੈਣ ਜ਼ਾਹਿਰ ਕਰ ਦਿੰਦੇ, ਖਾਲ ਦਿਲੇ ਦਾ ਰੋ ਕੇ ਰਹਿਣ ਨਾ ਰੋਕੇ। ਵੇ ਲੋਕਾ ਮੈਂ ਕੁਝ ਨਾ ਖੱਟਿਆ, ਇਸ਼ਕ ਸੱਜਣ ਵਿੱਚ ਹੋ ਕੇ ਤੇ ਦਿੰਦੀ ਹੋ ਕੇ। ਡਿਉੜਾ ਹੈ, ਦਿੰਦੀ ਹੋ ਕੇ। ਨੂਨ ਸ਼ਬਦ ਜਿਹੜਾ ਆਪ ਨੂੰ ਪਤਾ ਹੈ ਪਰਸ਼ੀਅਨ ਦਾ ਹੈ ਜੀ। ਇਹ ਅਲਫ ਬੇ ਪੇ ਜਿਹੜਾ ਪੜ੍ਹਨੇ, ਨੂਨ ਨਾਇਨ ਜ਼ਾਹਿਰ ਕਰ ਦਿੰਦੇ, ਹਾਲ ਦਿਲੇ ਦਾ ਰੋ ਕੇ ਰਹਿਣ ਨਾ ਰੋਕੇ। ਵੇ ਲੋਕਾਂ ਮੈਂ ਕੁਝ ਨਾ ਖਟਿਆ, ਇਸ਼ਕ ਸੱਜਣ ਵਿੱਚ ਹੋ ਕੇ ਦਿੰਦੀ ਹੋ ਕੇ। ਜ਼ਵਾਦ ਜ਼ਿੰਦ ਦੀ ਬਿਰੋਂ ਸੱਜਣ ਦੀ, ਪਾੜ ਦਿੱਤਾ ਮੇਰਾ ਸੀਨਾ ਤੇ ਸਕਦੀ ਸੀ ਨਾ। ਮੇਰਾ ਸੀਨਾ ਪਾੜ ਦਿੱਤਾ, ਹੁਣ ਸੀਨਾ ਸੀਤਾ ਨਹੀਂ ਜਾ ਸਕਦਾ। ਝਿੜਕਾਂ ਖਾਂਦੀ ਫਿਰਾਂ ਦਰ ਬਦਰ, ਕੋਈ ਜਗਤ ਦਾ ਜੀ ਨਾ ਤੇ ਕਹਿੰਦਾ ਜੀ ਨਾ। ਕੋਈ ਜਗਤ ਦਾ ਬੰਦਾ ਨਹੀਂ ਜਿਹੜਾ ਮੈਨੂੰ ਜੀ ਕਹੇ। ਅਖੀਰ ਤੇ ਕਹਿੰਦੇ ਆ, ਇੱਕ ਪਿਆਰੇ ਬਾਜ ਸ਼ਰਮ ਸਿੰਘਾ
ਭਾਵੇ ਮੂਲ ਨਾ ਜੀਣਾ ਤੇ ਲੱਗਦਾ ਜੀਣਾ। ਮੈਂ ਆਪ ਨੂੰ ਬੇਨਤੀ ਕਰਾਂਗਾ, ਦਰਸ਼ ਗੁਰੂ ਸਾਹਿਬ ਮਿਹਰ ਕਰਨ, ਸਾਨੂੰ ਧੁਰ ਆਤਮੇ ਤੋਂ ਆਪਣੀ ਝਲਕ ਬਖਸ਼ਣ। ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਇਹ ਬਚਨ ਕਹੇ ਨੇ ਦਾਸ ਨੂੰ ਤਕਰੀਬਨ 3 ਤਰੀਕ ਤੋਂ ਲੈ ਕੇ 13 ਤਰੀਕ ਤੱਕ ਦਫ਼ਤਰ ਵੱਲੋਂ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸਾਹਿਬ, ਇਹਨਾਂ ਵੱਲੋਂ ਪ੍ਰੇਮ ਭਰਿਆ ਸੱਦਾ ਪੱਤਰ ਪਹੁੰਚਿਆ ਸੀ। ਇੰਨੇ ਦਿਨ ਹਾਜ਼ਰੀ ਗੁਰੂ ਰਾਮਦਾਸ ਨੇ ਭਰਾਈ ਹੈ। ਇੱਕ ਮੈਂ ਸਤਿਗੁਰੂ ਦੀ ਹਜ਼ੂਰੀ 'ਚ ਕਹਿਣਾ, ਬਿਲਕੁਲ ਨੂੰ ਜੋੜਿਓ ਨਾ ਕਿ ਫਲਾਣਾ ਕਥਾ ਕਰਨਾ, ਇੰਨੀ ਸੰਗਤ ਨਹੀਂ ਪਿਆਰਿਓ। ਸੰਗਤ ਸਾਡੇ ਕਰਕੇ ਨਹੀਂ ਹੁੰਦੀ, ਸੰਗਤ ਗੁਰੂ ਰਾਮਦਾਸ ਕਰਕੇ ਹੁੰਦੀ ਹੈ। ਸਤਿਗੁਰੂ ਇੰਨੀ ਬਖਸ਼ਿਸ਼ ਕੀਤੀ ਜੀ, ਇੰਨਾ ਮਿਹਰ ਕੀਤੀ, ਇਸ ਬਾਰੇ ਝੋਲੀਆਂ ਭਰ ਦਿੱਤੀਆਂ ਜੀ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਆਪਣੀ ਸੇਵਾ ਆਪ ਲਈ। ਮੈਂ ਦੂਸਰੀ ਬੇਨਤੀ ਕਿ ਸਨਮਾਨਯੋਗ ਪ੍ਰਧਾਨ ਜੀ, ਇਹਨੂੰ ਕੋਈ ਦੂਸਰੇ ਤਰੀਕੇ ਨਾਲ ਲਿਆਓ। ਮੇਰਾ 18 ਮਸਕੀਨ ਸਾਹਿਬ ਜੀ ਦਾ ਪਰਿਵਾਰ ਆਇਆ ਬੈਠਾ ਜੀ, ਆਪਣੇ ਬੇਟੇ ਉਹਨਾਂ ਦੇ ਭਾਈ ਅਮਰਜੀਤ ਸਿੰਘ ਜੀ ਨਾ ਜੀ, ਬਾਬਾ ਗੁਰਦੇਵ ਸਿੰਘ ਜੀ ਆਏ ਆ, ਬਾਬਾ ਸਰੂਪ ਸਿੰਘ ਜੀ ਆਏ ਆ। ਮਸਕੀਨ ਸਾਹਿਬ ਬਹੁਤ ਲੰਮਾ, ਕਿਉਂਕਿ ਦਾਸ ਜਦੋਂ ਵੀ ਸ਼ੁਰੂਆਤ ਕਰਦਾ ਉਹਨਾਂ ਦੇ ਨਾਮ ਤੋਂ ਸ਼ੁਰੂ ਕਰਦਾ। ਅੱਜ ਸੱਚ ਹੈ, ਮੇਰੇ 18-17 ਦੇ ਸਾਲਾਂ ਵਿੱਚ ਪਹਿਲੀ ਵਾਰ ਹੈ। ਇਸ ਨੂੰ ਕੋਈ ਖੁਸ਼ਾਮਦ ਨਾਲ ਨਾ ਜੋੜਿਓ ਕਿ ਪ੍ਰਧਾਨ ਜੀ ਕਥਾ ਸੁਣਨ ਵਾਸਤੇ ਆਏ ਹੋਣ। ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਤੇ ਗੁਰੂ ਸਾਹਿਬ ਅੱਗੇ ਅਰਦਾਸ ਹੈ, ਸਤਿਗੁਰੂ ਇਹਨਾਂ ਨੂੰ ਧੁਰ ਨਿਮਰਤਾ ਦੀ ਦਾਤ ਬਖਸ਼ਿਓ ਤੇ ਸੱਚੀ ਮੁੱਚੀ ਹਿਰਦਾ ਨਾਮ ਤੇ ਗੁਰਸਿੱਖੀ ਨਾਲ ਭਰਪੂਰ ਕਰ ਦੇਣਾ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਉਹਨਾਂ ਤੋਂ ਇਲਾਵਾ ਸਾਡੇ ਮੈਨੇਜਰ ਸਾਹਿਬ ਪੰਘਾਲੀ ਸਾਹਿਬ, ਸਾਰੇ ਆਏ ਬੈਠੇ ਨੇ ਗੁਰਮੁਖ ਪਿਆਰੇ, ਭਾਈ ਪ੍ਰਤਾਪ ਸਿੰਘ, ਭਾਈ ਬਲਵਿੰਦਰ ਸਿੰਘ। ਮੈਂ ਸੰਗਤ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰਨਾ, ਦਾਤਾ ਜੀ ਜਿਸ ਵਾਸਤੇ ਜਨਮ ਦਿੱਤਾ ਜੇ ਆਪਣੀ ਭਜਨ ਬੰਦਗੀ ਦੀ ਦਾਤ ਬਖਸ਼ੋ। ਇੰਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਨੀਆਂ ਜੀ। ਇਸ 2 ਮਿੰਟ ਸਿਰਫ ਆਪਾਂ ਨਾਮ ਜਪ ਲਈ, ਜੋ ਰੋਜ਼ ਨੇਮ ਨਿਭਾਉਂਦੇ ਰਹੇ ਹਾਂ। ਉਦੋਂ ਬਾਅਦ ਫਿਰ ਸਮਾਪਤ। ਅਤੀ ਸਨਮਾਨਯੋਗ ਮਹਾਨ ਵਿਦਵਾਨ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ, ਉਹ ਵੀ ਆਏ ਪਹੁੰਚੇ ਨੇ। ਜੀ ਆਇਆਂ ਜੀ, ਕਰੋ ਕਿਰਪਾ। ਆਹ ਸਭ ਤੋਂ ਵੱਡੀ ਅਸੀਸ ਜੇ ਜਿਹੜੀ ਤੁਸਾਂ ਨੇ ਮੇਰੀ ਝੋਲੀ 'ਚ ਪਾਣੀ ਹੈ, ਕਰੋ ਕਿਰਪਾ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਾਧ ਸੰਗਤ ਜੀ ਪੂਰੀ ਗੂੰਜ ਪਾ ਦਿਓ ਅੱਜ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ। ਆਓ ਸਤਿਗੁਰੂ ਜੀ ਦੇ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਤਲੀਆਂ 2 ਤੁਕਾਂ ਦਾ ਪਾਠ ਸਰਵਣ ਕਰੀਏ ਜੀ। ਬਹੁਤ ਜਨਮ ਵਿਛੁਰੇ ਥੇ ਮਾਧੋ,
ਇਹੋ ਜਨਮ ਤੁਮਾਰੇ ਲਿਖੇ, ਕਹਿ ਰਵਿਦਾਸ ਆਸ ਲਗ ਜੀਵੋ। ਚਿਰ ਭਇਓ ਦਰਸ਼ਨ ਦੇਖੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦੇ ਬੁਲਾਵੇ ਤੇ 3 ਅਕਤੂਬਰ ਤੋਂ ਲੈ ਕੇ 13 ਅਕਤੂਬਰ ਤੱਕ ਹਾਜ਼ਰੀ ਭਰੀ ਹੈ। ਸਿੰਘ ਸਾਹਿਬ ਜੀ ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਜੀ ਦੇ ਬੋਲਣ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਮਾਨਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ, ਉਹਨਾਂ ਨੂੰ ਕਿ 2 ਸ਼ਬਦ ਉਹ ਆਪ ਜੀ ਅੱਜ ਦੇ ਸਮਾਗਮ ਸੰਬੰਧੀ ਭਾਈ ਸਾਹਿਬ ਜੀ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਕਥਾ ਵਿਚਾਰ ਦੀਆਂ ਉਹਨਾਂ ਸੰਬੰਧੀ ਵਿਚਾਰਾਂ ਦੀ ਸਾਂਝ ਕਰਨਗੇ। ਆਓ ਸੰਗਤ ਨੂੰ ਬੇਨਤੀ ਕਰੋ 2 ਮਿੰਟ ਬੈਠ ਜਾਓ। ਸੰਗਤ ਨੂੰ ਬੇਨਤੀ ਹੈ ਜੀ, ਭਾਈ ਸਾਹਿਬ ਜੀ ਦਾ ਸਨਮਾਨ ਕੀਤਾ ਜਾਣਾ। ਸਾਰੀ ਸੰਗਤ ਸੱਜ ਜਾਓ ਆਰਾਮ ਦੇ ਨਾਲ ਤੇ ਆਓ ਪ੍ਰਧਾਨ ਜੀ ਦੇ ਸਤਿਕਾਰ ਵਿੱਚ ਵੀ ਇੱਕ ਜੈਕਾਰਾ ਗਜਾਈਏ। ਬੋਲੇ ਸੋ ਨਿਹਾਲ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਕਿੱਡੀ ਵੱਡੀ ਉਪਾਧੀ ਗੁਰੂ ਨੇ ਬਖਸ਼ਿਸ਼ ਕੀਤੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹ ਪਵਿੱਤਰ ਸ਼ਬਦ ਜਿਹੜੇ ਕਿਸੇ ਵੇਲੇ ਭਾਈ ਮਨੀ ਸਿੰਘ ਜੀ ਉਹਨਾਂ ਦੇ ਨਾਮ ਨਾਲ ਜੁੜੇ ਜਾਂਦੇ ਸੀ, ਉਹ ਤਾਂ ਕਿਉਂਕਿ ਗੁਰੂ ਸਾਹਿਬ ਜੀ ਦੇ ਆਪ ਸਨਮੁਖ ਹੋ ਕੇ ਵਰਤੇ, ਪਰ ਪਵਿੱਤਰ ਗੁਰਬਾਣੀ ਇਸ ਗੱਲ ਦੀ ਸ਼ਾਦੀ ਭਰਦੀ ਕਿ ਜਿਹੜਾ ਗੁਰਬਾਣੀ ਨੂੰ ਸਾਖਸ਼ਾਤ ਕਰਕੇ ਆਪਣੇ ਪਿੰਡੇ ਤੇ ਹੰਡਾਵੇ, ਉਹ ਗੁਰੂ ਦੇ ਉਸ ਸਿਧਾਂਤ ਨੂੰ ਅੱਗੇ ਤੋਰੇ। ਗੁਰੂ ਸਾਹਿਬ ਜੀ ਜਸ ਬਖਸ਼ਿਸ਼ ਕਰਦੇ ਆ। ਭਾਈ ਸਾਹਿਬ ਜੀ ਨੇ ਭੇਜ ਕੇ ਦੇਖੋ, ਗੁਰਬਾਣੀ ਗਾਇਨ ਹਰ ਥਾਂ ਤੇ ਬਹੁਤ ਕੀਤਾ ਜਾਂਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਜਿਲੇ ਕੀਰਤਨੀਏ ਸਿੰਘ ਕਰਦੇ ਆ, ਇਸ ਧਰਤੀ ਦੀ ਕੋਈ ਵੀ ਜਗ੍ਹਾ ਹੋਵੇ, ਇੱਥੋਂ ਜਿਸਲੇ ਉਹ ਪਵਿੱਤਰ ਬੋਲ ਕਿਸੇ ਦੇ ਕੰਨਾਂ ਵਿੱਚ ਪੈਂਦੇ ਇੱਕਦਮ ਗੱਲ ਜਾਂਦੀ ਪਈ, ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਹੋ ਰਿਹਾ। ਮੈਂ ਕਿਉਂਕਿ ਇਹਨਾਂ ਨੂੰ ਗੁਰੂ ਸਾਹਿਬ ਜੀ ਨੇ ਬੜੀ ਕਿਰਪਾ ਤੇ ਬਖਸ਼ਿਸ਼ ਕਰਕੇ ਬੜਾ ਵੱਡਾ ਮਾਣ ਬਖਸ਼ਿਸ਼ ਕੀਤਾ, ਸਰੀਰ ਕਰਕੇ ਨਹੀਂ ਗੁਣ ਕਰਕੇ। ਤੇ ਗੁਣ ਸਤਿਗੁਰੂ ਜੀ ਪਵਿੱਤਰ ਗੁਰਬਾਣੀ ਜਿਹੜੇ ਆਪਣੇ ਪਿੰਡੇ ਤੇ ਹਣਾਉਂਦੇ ਉਹਨਾਂ ਨੂੰ ਬਖਸ਼ਿਸ਼ ਕਰਦੇ ਆ। ਤੇ ਮੈਂ ਸਮਝਦਾ ਜਿਸ ਢੰਗ ਦੇ ਨਾਲ ਸਿੱਧੇ ਤੇ ਅਸਿੱਧੇ ਰੂਪ ਦੇ ਵਿੱਚ ਉਹ ਜਿਸ ਤਰ੍ਹਾਂ ਤੁਹਾਡੇ ਨਾਲ ਬੋਲਾਂ ਦੀ ਸਾਂਝ ਪਾ ਰਹੇ ਸੀ, ਇਹ ਵੀ ਵਿਲੱਖਣ ਪੱਖ ਇਹਨਾਂ ਦੇ ਹਿੱਸੇ ਆਇਆ। ਬਾਕੀ ਸਾਰੇ ਸਤਿਕਾਰਯੋਗ ਕਥਾਕਾਰ ਨੇ। ਗਿਆਨੀ ਸੰਤ ਸਿੰਘ ਜੀ ਮਸਕੀਨ, ਜਿਹੜੇ ਬੜਾ ਲੰਬਾ ਸਮਾਂ ਇਸ ਅਸਥਾਨ ਦੇ ਉੱਤੇ ਬੰਦੀ ਛੋੜ ਦਿਵਸ ਤੱਕ ਉਹ ਕਥਾ ਕਰਦੇ ਸੀ, ਉਹ ਹੁਣ ਹਿੱਸੇ ਆਈ ਭਾਈ ਪਿੰਦਰਪਾਲ ਸਿੰਘ ਜੀ ਦੇ। ਸਿੰਘ ਸਾਹਿਬ ਜੀ ਨਾਲ ਇੱਕ ਗੁਰਮਤਾ ਹੁੰਦਾ ਸੀ, ਉਹ ਆਪ ਹੀ ਆਪਣੇ ਮਕਾਰਬਿੰਦ ਤੋਂ ਤੁਹਾਡੇ ਨਾਲ ਸਾਂਝ ਪਾਉਣਗੇ। ਮੈਂ ਤਾਂ ਧੰਨਵਾਦ ਕਰਦਾ ਭਾਈ ਸਾਹਿਬ ਜੀ ਦਾ ਕਿ ਲਗਾਤਾਰ 11 ਦਿਨ ਇਹ ਜਿਹੜੀ ਸ਼ਹਿਬਰ ਇੱਥੇ ਪਵਿੱਤਰ ਗੁਰਬਾਣੀ ਦੇ ਸਤਿਗੁਰੂ ਜੀ ਦੀ ਕਥਾ ਰਾਹੀਂ ਇਹ ਜਿਹੜੇ ਅੱਜ ਤੜਫ ਰਹੇ ਹਿਰਦੇ, ਜਿਨ੍ਹਾਂ ਦੇ ਅੰਦਰ ਅੱਗ ਬਲਦੀ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ, ਦਵੈਸ਼ ਦੀ, ਈਰਖਾ ਦੀ, ਉਹਦੇ ਵਿੱਚ ਇਹਨਾਂ ਦੇ ਬੋਲ ਜ਼ਰੂਰ ਸਹਾਈ ਹੋਣਗੇ ਜੇ ਹਿਰਦੇ ਕਰਕੇ ਸੁਣਾਂਗੇ। ਸੋ ਭਾਈ ਸਾਹਿਬ ਜੀ ਦਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਤੌਰ ਦੇ ਉੱਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸਿੰਘ ਸਾਹਿਬਾਂ ਵੱਲੋਂ ਬਹੁਤ ਬਹੁਤ ਧੰਨਵਾਦ, ਕਿਉਂਕਿ ਸਿੰਘ ਸਾਹਿਬ ਜੀ ਨੇ ਵੀ ਤੁਹਾਡੇ ਨਾਲ ਬੋਲ ਸਾਂਝੇ ਕਰਨੇ ਆ। ਬਹੁਤ ਬਹੁਤ ਧੰਨਵਾਦ ਕਰਦਾ। ਜਿੰਨੇ ਵੀ ਸਿੰਘ ਰੋਜ਼ ਕਥਾ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀ ਭਰਦੇ ਆ, ਉਹ ਸਤਿਗੁਰੂ ਜੀ ਉਹਨਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਦੀ ਦਾਤ, ਨਾਮ ਦੀ ਦਾਤ ਬਖਸ਼ਿਸ਼ ਕਰਨ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਪ੍ਰਧਾਨ ਸਾਹਿਬ ਜੀ ਦਾ। ਅੱਜ ਦੇ ਸਮਾਗਮ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਵੀ ਸਨਮਾਨ ਕਰਨਾ ਹੈ। ਸਨਮਾਨ ਕਰਨ ਤੋਂ ਪਹਿਲਾਂ ਸਤਿਕਾਰਯੋਗ ਸ਼ਖਸੀਅਤ ਸਿੱਖ ਕੌਮ ਦੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ, ਕਿਉਂਕਿ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਹੋਣਾ ਨੇ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੂੰ ਬੁਲਾਵਾ ਦਿੱਤਾ, ਤੇ ਹੁਣ ਉਹੀ ਬਾਖੂਬੀ ਸੇਵਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਨਿਭਾ ਰਹੇ ਨੇ। ਆਓ ਸਿੰਘ ਸਾਹਿਬ ਜੀ ਦੇ ਸਤਿਕਾਰ ਵਿੱਚ ਇੱਕ ਜੈਕਾਰਾ ਗਜਾਈਏ। ਬੋਲੇ ਸੋ ਨਿਹਾਲ। परम सत्कारयोग गुरु की साजी नवाजी साध संगत जी, प्यार सहित फतेह अर्ज करदा हाँ। वाहिगुरु जी का खालसा, वाहिगुरु जी की फतेह। आवो संत मिलो मेरे भाई, मिल हर हर कथा करो। सतगुरु जी ने महान कृपा की, जिते इस स्टेज दे उत्ते संगत जी पहला सत्कारयोग सिंह साहिबान कथावाचक कथा की सेवा निभाते रहे। ज्ञानी अर्जन सिंह जी, ज्ञानी बुद्ध सिंह जी, ज्ञानी भुपिंदर सिंह जी, समा आउण ते सिंह साहब ज्ञानी चेत सिंह जी, हैड ग्रंथी सचखंड श्री हरिमंदर साहब, जथेदार श्री अकाल तख्त साहिब, उन्होंने जदों पंथ रतन ज्ञानी संत सिंह जी मस्कीन उन्हों की कथा सरवण की, ते सिंह साहब जी कहन लगे, ज्ञानी जी तुसी बहुत वधिया कथा करते हो, ते तुसी मंजी साहब भी हाज़री भरिया करो। सत्कारयोग सिंह साहब ज्ञानी चेत सिंह जी आप भी बहुत विद्वान सन, और भाई साहब भाई मनी सिंह जी उन्हां दी चलाई हुई टकसाल सत्तो वाली गली विचों संगत जी पढ़े हुए सन, और सिंह साहब जी दे प्यार भरे सदे नूं कबूल दिया पंथ रतन ज्ञानी संत सिंह जी मस्कीन उन्होंने बहुत लम्मा समा इत्थे सेवावां निभाईयां, पर जदों वो पंज भूतक शरीर त्यागदे ने 2003 दे विच जदों कैलेंडर की अदला बदली हुई सी, उदों तकरीबन उन्होंने 2 महीनों के लगभग इत्थे कथा का समा प्राप्त होया।
ਬੜੀ ਖੁਸ਼ੀ ਨਾਲ, ਬੜੀ ਚੜ੍ਹਦੀ ਕਲਾ ਨਾਲ ਉਹਨਾਂ ਨੇ ਸੇਵਾ ਨਿਭਾਈ। ਉਹਨਾਂ ਦੇ ਗੁਰਪੁਰੀ ਪਿਆਨਾ ਕਰਨ ਤੋਂ ਬਾਅਦ ਫਿਰ ਸਾਨੂੰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਅਮੋਲਕ ਹੀਰਾ ਬਖਸ਼ਿਸ਼ ਕੀਤਾ। ਸਤਿਕਾਰਯੋਗ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ, ਜੋ ਲੰਮੇ ਸਮੇਂ ਤੋਂ ਸੰਗਤ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਗੁਰਪੁਰਬ ਤੱਕ ਕਥਾ ਦੀ ਸੇਵਾ ਨਿਭਾਉਂਦੇ ਆ ਰਹੇ ਨੇ ਤੇ ਆਪ ਸਾਰੀਆਂ ਸਿੱਖ ਸੰਗਤਾਂ ਰਲ ਮਿਲ ਕੇ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਨਾਲ ਕਥਾ ਦੀਆਂ ਵਿਚਾਰਾਂ ਕਰਦੇ ਹੋ। ਸਤਿਗੁਰੂ ਨੇ ਰਹਿਮਤ ਕੀਤੀ ਐਤਕੀ ਵੀ 3 ਤਰੀਕ ਤੋਂ ਲੈ ਕੇ ਅੱਜ ਤੱਕ 11 ਕੁ ਦਿਨ ਬਹੁਤ ਸਤਿਗੁਰੂ ਜੀ ਨੇ ਸੰਗਤ ਜੀ ਕਥਾ ਦੀ ਬਰਸਾਤ ਕੀਤੀ ਔਰ ਬਹੁਤ ਸਿੱਖ ਸੰਗਤਾਂ ਨੇ ਲਾਹੇ ਪ੍ਰਾਪਤ ਕੀਤੇ, ਆਨੰਦ ਪ੍ਰਾਪਤ ਕੀਤੇ। ਔਰ ਜਿਵੇਂ ਮਾਨਯੋਗ ਪ੍ਰਧਾਨ ਸਾਹਿਬ ਜੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੇ ਆਪ ਜੀਆਂ ਨੂੰ ਬਚਨ ਕੀਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਅਸੀਂ ਗਿਆਨੀ ਪਿੰਦਰਪਾਲ ਸਿੰਘ ਜੀ ਨੂੰ ਬੇਨਤੀ ਕਰਦੇ ਹਾਂ ਕਿ ਜਿਵੇਂ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਰਪੁਰਬ ਤੋਂ 2 ਦਿਨ ਪਹਿਲਾਂ ਕਥਾ ਆਰੰਭ ਕਰਕੇ ਤੇ ਦੀਵਾਲੀ ਤੋਂ ਅਗਲੇ ਦਿਨ ਵਿਦਾਇਗੀ ਲੈਂਦੇ ਸਨ। ਉਹ ਜਿਹੜੀ ਸੇਵਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਅਤੇ ਸਮੁੱਚੀਆਂ ਹੀ ਸਿੱਖ ਸੰਗਤਾਂ ਵੱਲੋਂ ਸਤਿਕਾਰਯੋਗ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਨੂੰ ਸੰਗਤ ਜੀ ਅੱਜ ਤੋਂ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸੇਵਾ ਆਉਣ ਵਾਲੇ ਸਾਲ ਤੋਂ ਆਪ ਜੀਆਂ ਨੇ ਨਿਭਾਉਣੀ ਹੈ। ਸੰਗਤਾਂ ਵੱਲੋਂ ਇਹ ਜਿਹੜੀ ਮੰਗ ਹੈ ਉਹ ਬੜੀ ਖੁਸ਼ੀ ਨਾਲ ਪ੍ਰਵਾਨ ਕੀਤੀ ਗਈ ਹੈ ਔਰ ਗਿਆਨੀ ਜੀ ਗਿਆਨੀ ਪਿੰਦਰਪਾਲ ਸਿੰਘ ਜੀ ਉਹਨਾਂ ਨੇ ਵੀ ਸੰਗਤ ਜੀ ਸਾਨੂੰ ਇਹ ਜਿਹੜਾ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੋਂ ਪਹਿਲਾਂ ਤੋਂ ਲੈ ਕੇ ਤੇ ਦੀਵਾਲੀ ਤੋਂ ਬਾਅਦ ਤੱਕ ਕਥਾ ਦੀ ਜਿਹੜੀ ਵਿਚਾਰ ਉਹ ਸਾਂਝੀ ਹੋਈ ਸੀ। ਸਤਿਗੁਰੂ ਰਹਿਮਤ ਕਰਨ 2023 ਤੋਂ ਸੰਗਤ ਜੀ ਗਿਆਨੀ ਜੀ ਇਹ ਕਥਾ ਜਿਹੜੀ ਹੈ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੋਂ 1-2 ਦਿਨ ਪਹਿਲਾਂ ਆਰੰਭ ਕਰਕੇ ਦੀਵਾਲੀ ਤੋਂ ਬਾਅਦ ਤੱਕ ਕਥਾ ਨਿਭਾਇਆ ਕਰਨਗੇ। ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਵੇਂ ਮਾਨਯੋਗ ਪ੍ਰਧਾਨ ਸਾਹਿਬ ਜੀ ਨੇ ਵੀ ਧੰਨਵਾਦ ਕੀਤਾ ਹੈ, ਦਰਬਾਰ ਸਾਹਿਬ ਜੀ ਵੱਲੋਂ, ਸਮੁੱਚੀਆਂ ਹੀ ਸਿੱਖ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿੱਥੇ ਇਸ ਸਥਾਨ ਤੇ ਕਥਾ ਦੀਆਂ ਸ਼ਹਿਬਰਾਂ ਲੱਗਦੀਆਂ ਨੇ। ਸੰਗਤ ਜੀ ਉੱਥੇ ਸਾਡੇ ਇਹ 2-3 ਜਿਹੜੇ ਜ਼ਿਲ੍ਹੇ ਨੇ ਅੰਮ੍ਰਿਤਸਰ ਸਾਹਿਬ, ਤਰਨਤਾਰਨ ਸਾਹਿਬ, ਗੁਰਦਾਸਪੁਰ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਜਿੰਨੇ ਦਿਨ ਗਿਆਨੀ ਜੀ ਕਥਾ ਕਰਦੇ ਨੇ ਉਹਨੇ ਦੇ ਨਾਲ ਨਾਲ ਸਿੱਖ ਸੰਗਤਾਂ ਵਿੱਚ ਵਿਚਰ ਕੇ ਵੀ ਪ੍ਰਚਾਰ ਕਰਦੇ ਨੇ। ਬਹੁਤ ਬਹੁਤ ਧੰਨਵਾਦ ਹੈ ਗਿਆਨੀ ਜੀ ਦਾ, ਸਤਿਗੁਰੂ ਰਹਿਮਤ ਕਰਨ। ਔਰ ਅੱਜ
ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਪ੍ਰਧਾਨ ਸਾਹਿਬ ਜੀ ਵੱਲੋਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ, ਮੈਨੇਜਰ ਸਾਹਿਬ ਵੱਲੋਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਮਾਣ ਸਨਮਾਨ ਗਿਆਨੀ ਜੀ ਨੂੰ ਦਿੱਤਾ ਜਾਣਾ ਹੈ। ਅੱਜ ਦੇ ਇਸ ਮਾਣ ਸਨਮਾਨ ਸਮਾਰੋਹ ਵਿੱਚ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਕਈ ਦਿਨਾਂ ਤੋਂ ਕਥਾ ਸਰਵਣ ਕਰ ਰਹੇ ਨੇ ਜੀ, ਮੰਜੀ ਸਾਹਿਬ ਪੁੱਜ ਕਰਕੇ। ਮੈਂ ਸਾਰਿਆਂ ਦਾ ਹੀ ਧੰਨਵਾਦੀ ਹਾਂ ਜੋ ਸਿੱਖ ਸੰਗਤਾਂ ਸਮਾਂ ਕੱਢ ਕੇ ਗੁਰਦੁਆਰਾ ਮੰਜੀ ਸਾਹਿਬ ਪਹੁੰਚਦੀਆਂ ਰਹੀਆਂ। ਜਿਹੜੇ ਨਹੀਂ ਪਹੁੰਚ ਸਕੇ, ਜਿਹੜੇ ਘਰਾਂ ਦੇ ਵਿੱਚ ਪੀਟੀਸੀ ਦੇ ਮਾਧਿਅਮ ਰਾਹੀਂ ਘਰਾਂ ਵਿੱਚ ਬੈਠ ਕੇ ਇੰਨੇ ਦਿਨ ਕਥਾ ਦਾ ਆਨੰਦ ਮਾਣਦੇ ਰਹੇ, ਉਹਨਾਂ ਦਾ ਵੀ ਧੰਨਵਾਦ ਹੈ। ਤੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਵੀ ਸੰਗਤ ਜੀ, ਉਹਨਾਂ ਗੁਰਮੁਖਾਂ ਦਾ, ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਟੀਵੀ ਦੇ ਮਾਧਿਅਮ ਰਾਹੀਂ ਕਥਾ ਦਾ ਆਨੰਦ ਮਾਣਿਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਔਰ ਬਾਬਾ ਜੀ, ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ ਵੀ ਪਹੁੰਚੇ ਨੇ। ਭਾਵੇਂ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਦੇ ਸਮੇਂ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਜਿੰਨੇ ਦਿਨ ਗਿਆਨੀ ਜੀ ਕਥਾ ਕਰਿਆ ਕਰਦੇ ਸੀ, ਉਹਨੇ ਦਿਨ ਹੀ ਸੰਗਤ ਜੀ ਬਾਬਾ ਜੀ ਲੰਗਰ ਲੈ ਕੇ ਆਇਆ ਕਰਦੇ ਸਨ। ਸਰੋਂ ਦਾ ਸਾਗ ਅਤੇ ਮੱਕੀ ਦੇ ਪ੍ਰਸ਼ਾਦੇ ਬਾਬਾ ਜੀ ਇਹ ਲੰਗਰ ਇੱਥੇ ਸੰਗਤਾਂ ਵਿੱਚ ਵਰਤਾਇਆ ਕਰਦੇ ਸਨ। ਅੱਜ ਉਹਨਾਂ ਦੇ ਉੱਤਰਾਧਿਕਾਰੀ ਬਾਬਾ ਜੀ ਬਾਬਾ ਗੁਰਦੇਵ ਸਿੰਘ ਸਾਹਿਬ ਜੀ ਬੈਠੇ ਨੇ। ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲੇ ਮਹਾਂਪੁਰਖੋ ਵੀ ਪਹੁੰਚੇ ਨੇ। ਔਰ ਗਿਆਨੀ ਮਸਕੀਨ ਜੀ ਦੇ ਸਪੁੱਤਰ ਸਰਦਾਰ ਅਮਰਜੀਤ ਸਿੰਘ ਜੀ ਪਹੁੰਚੇ ਨੇ ਪਰਿਵਾਰ ਦੇ ਸਹਿਤ। ਸਰਦਾਰ ਦਵਿੰਦਰ ਸਿੰਘ ਜੀ ਜੋ ਸਟੇਜ ਦੇ ਬਹੁਤ ਧੜੀ ਨੇ, ਉਹ ਵੀ ਪਹੁੰਚੇ ਹੋਏ ਨੇ। ਔਰ ਇਸੇ ਤਰ੍ਹਾਂ ਸਰਦਾਰ ਪ੍ਰਤਾਪ ਸਿੰਘ ਜੀ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਸੁਲੱਖਣ ਸਿੰਘ ਜੀ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤੇ ਸਰਦਾਰ ਨਰਿੰਦਰਪਾਲ ਸਿੰਘ ਜੀ ਪਾਲੀ, ਜਿਨ੍ਹਾਂ ਵੱਲੋਂ ਸੰਗਤ ਜੀ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾਂਦਾ ਹੈ। ਜਿੱਥੇ ਉਹਨਾਂ ਨੇ 4 ਸਤੰਬਰ ਤੋਂ ਲੈ ਕੇ ਤੇ ਸੰਗਤ ਜੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੱਕ ਲੜੀਵਾਰ ਸਮਾਗਮਾਂ ਦੀ ਲਿਸਟ ਆਪ ਤਿਆਰ ਕੀਤੀ। ਆਪ ਵਿਦਵਾਨਾਂ ਨੂੰ ਕਿਹਾ, ਗੁਰੂ ਕੇ ਕੀਰਤਨੀਆਂ ਨੂੰ ਕਿਹਾ, ਥਾਂ ਪਰ ਥਾਂ ਸ੍ਰੀ ਦਰਬਾਰ ਸਾਹਿਬ ਜੀ ਦੇ ਸਹਿਯੋਗ ਨਾਲ ਇਹ ਬਹੁਤ ਵੱਡਾ ਕੁੰਭ ਲੱਗਾ ਰਿਹਾ। ਗੁਰੂ ਕੀ ਬਾਣੀ ਦਾ, ਕਥਾ ਵਿਚਾਰਾਂ ਦਾ, ਗੁਰੂ ਕੀ ਬਾਣੀ ਦੇ ਕੀਰਤਨ ਦਾ, ਉਹ ਵੀ ਸੰਗਤ ਵਿੱਚ ਸੁਭਾਏਮਾਨ ਨੇ। ਔਰ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਨਾਲ ਉਹਨਾਂ ਦਾ ਬਹੁਤ ਹੀ ਨੇੜੇ ਦਾ ਪਿਆਰ ਹੈ। ਤੋ ਸੰਗਤ ਜੀ ਸਮਾਂ ਇਜਾਜ਼ਤ ਨਹੀਂ ਦਿੰਦਾ। ਸਰਦਾਰ ਕੁਲਦੀਪ ਸਿੰਘ ਜੀ ਪੰਡੋਰੀ, ਸਰਦਾਰ ਅਮਰਵੀਰ ਸਿੰਘ ਜੀ ਢੋਟ, ਬਹੁਤ ਸਾਰੇ ਗੁਰਮੁਖ ਪਿਆਰੇ ਸਭਾ ਸੁਸਾਇਟੀਆਂ ਦੇ ਵੀਰ ਪਹੁੰਚੇ ਹੋਏ ਨੇ। ਸਰਦਾਰ ਚਰਨਜੀਤ ਸਿੰਘ ਜੀ ਜੋ ਜੋੜੇ ਘਰ ਦੇ ਮੁੱਖ ਸੇਵਾਦਾਰ ਨੇ, ਔਰ ਇਸੇ ਤਰ੍ਹਾਂ ਹੋਰ ਵੀ ਬੇਅੰਤ ਗੁਰਮੁਖ ਪਿਆਰੇ ਪਹੁੰਚੇ ਨੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਗਿਆਨੀ ਜਗਦੇਵ ਸਿੰਘ ਜੀ ਜੋ ਸਟੇਜ ਦੀ ਸੇਵਾ ਨਿਭਾ ਰਹੇ ਨੇ, ਉਹਨਾਂ ਦਾ ਵੀ, ਅਤੇ ਇੱਥੋਂ ਦੇ ਜਿਹੜੇ ਗੁਰਮੁਖ ਪਿਆਰੇ ਗ੍ਰੰਥੀ ਸਿੰਘ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਹੁਣ ਸਤਿਕਾਰਯੋਗ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਮਾਣ ਸਨਮਾਨ ਹੋਵੇਗਾ ਜੀ। ਸਤਿਗੁਰੂ ਰਹਿਮਤ ਕਰਨ, ਗਿਆਨੀ ਪਿੰਦਰਪਾਲ ਸਿੰਘ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਤੰਦਰੁਸਤੀ ਬਖਸ਼ਿਸ਼ ਕਰਨ, ਤੇ ਰਹਿੰਦੇ ਜੀਵਨ ਤੱਕ ਗਿਆਨੀ ਜੀ ਇਸੇ ਤਰ੍ਹਾਂ ਹੀ
ਗੁਰੂ ਰਾਮਦਾਸ ਜੀ ਦੇ ਦਰ ਤੇ ਹਾਜ਼ਰੀਆਂ ਭਰ ਕੇ ਗੁਰੂ ਕੀ ਮਹਿਮਾ ਸੰਗਤਾਂ ਨੂੰ ਸਰਵਣ ਕਰਵਾ ਕੇ ਤੋ ਸੰਗਤ ਜੀ ਇਹ ਸਿੱਖ ਸੰਗਤਾਂ ਦੇ ਵਿੱਚ ਵਿਦਵਤਾ ਜਿਹੜੀ ਉਹ ਬਣਦੇ ਰਹਿਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਮਾਨਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ ਹੈ। ਆਓ ਸਤਿਕਾਰ ਦੇ ਵਿੱਚ ਇੱਕ ਚੜ੍ਹਦੀ ਕਲਾ ਨਾਲ ਜੈਕਾਰਾ ਗਜਾਈਏ। ਬੋਲੇ ਸੋ ਨਿਹਾਲ। ਅੱਜ ਦੇ ਸਮਾਗਮ ਦੇ ਵਿੱਚ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸਰਦਾਰ ਸੁਲੱਖਣ ਸਿੰਘ ਭੰਗਾਲੀ, ਸਰਦਾਰ ਗੁਰਿੰਦਰ ਸਿੰਘ ਜੀ ਮਥਰੇਵਾਲ। ਬੋਲੇ ਸੋ ਨਿਹਾਲ। ਸਰਦਾਰ ਬਲਵਿੰਦਰ ਸਿੰਘ ਜੀ ਕਾਲਵਾ, ਸਕੱਤਰ ਧਰਮ ਪ੍ਰਚਾਰ ਕਮੇਟੀ, ਸਾਰਿਆਂ ਨੇ ਰਲ ਕੇ ਬੋਲੇ ਸੋ ਨਿਹਾਲ। ਸੰਗਤ ਜੀ, ਹੁਣ ਮੈਂ ਸਭਾ ਸੁਸਾਇਟੀਆਂ ਨੂੰ ਬੇਨਤੀ ਕਰਾਂਗਾ ਕਿ ਆਪ ਜੀ ਨੇ ਵੀ ਸਨਮਾਨ ਕਰਨਾ ਹੈ। ਪਹਿਲਾਂ ਸਰਦਾਰ ਅਮਰਵੀਰ ਸਿੰਘ ਜੀ ਢੋਟ, ਉਹਨਾਂ ਵੱਲੋਂ ਸਨਮਾਨ ਦਿੱਤਾ ਜਾ ਚੁੱਕਾ ਹੈ। ਕਲਗੀਧਰ ਸਿੰਘ ਸਭਾ ਲੁਧਿਆਣਾ, ਸ੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਲੁਧਿਆਣਾ, ਸਰਦਾਰ ਜਰਨੈਲ ਸਿੰਘ ਜੀ, ਜਸਵਿੰਦਰ ਸਿੰਘ ਜੀ, ਇਹ ਹੁਣ ਸਨਮਾਨ ਕਰਨਗੇ। ਬੇਨਤੀ ਹੈ ਇਸੇ ਤਰੀਕੇ ਨਾਲ ਸਤਿੰਦਰਪਾਲ ਸਿੰਘ ਜੀ ਜੌਲੀ, ਪ੍ਰਧਾਨ ਸੇਵਕ ਜਥਾ ਕੜਾ ਪ੍ਰਸ਼ਾਦ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ, ਉਹਨਾਂ ਨੂੰ ਬੇਨਤੀ ਹੈ। ਸਰਦਾਰ ਇੰਦਰਪਾਲ ਸਿੰਘ ਜੀ ਨਿਊਜ਼ੀਲੈਂਡ, ਉਹਨਾਂ ਵੱਲੋਂ ਸੰਗਤ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ। ਆਓ ਜੈਕਾਰਾ ਗਜਾਈਏ। ਬੋਲੇ ਸੋ ਨਿਹਾਲ। ਜਿਨ੍ਹਾਂ ਨੇ ਸੰਗਤ ਜੀ ਸਤਿਕਾਰ ਕਰ ਲਿਆ ਹੈ, ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਸੱਜ ਜਾਓ, ਬਾਕੀ ਸਾਰੀਆਂ ਸਭਾ ਸੁਸਾਇਟੀਆਂ ਸਤਿਕਾਰ ਕਰ ਸਕਣ। ਸ਼ਬਦ ਕੀਰਤਨ, ਨਾਮ ਸਿਮਰਨ, ਸਤਸੰਗ, ਸ਼ਬਦ ਚੌਂਕੀ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਨੂੰ ਬੇਨਤੀ ਹੈ। ਗੁਰੂ ਰਾਮਦਾਸ ਸੇਵਕ ਜਥਾ ਜੋੜਾ ਘਰ, ਉਹਨਾਂ ਨੂੰ ਬੇਨਤੀ ਹੈ। ਭਾਈ ਕੁਲਦੀਪ ਸਿੰਘ ਜੀ ਪੰਡੋਰੀ, ਸ਼ਬਦ ਚੌਂਕੀ ਜਥਾ ਗੁਰਦੁਆਰਾ ਸ਼ਹੀਦਗੰਜ ਸਾਹਿਬ, ਉਹਨਾਂ ਨੂੰ ਬੇਨਤੀ ਹੈ। ਸਰਦਾਰ ਗੁਰਬਖਸ਼ ਸਿੰਘ ਜੀ ਗੁਲਸ਼ਨ ਇੰਗਲੈਂਡ ਤੋਂ ਪਹੁੰਚੇ ਨੇ, ਭਾਈ ਸਾਹਿਬ ਜੀ ਦਾ ਸਤਿਕਾਰ ਕਰਨ ਲਈ। ਬਹੁਤ ਸੋਹਣੇ ਕਥਾਵਾਚਕ ਨੇ। ਸਰਦਾਰ ਜਗਦੇਵ ਸਿੰਘ ਜੀ ਪ੍ਰਭਾਤ ਉੱਥੋਂ ਪਹੁੰਚੇ ਨੇ, ਭਾਈ ਸਾਹਿਬ ਜੀ ਦਾ ਸਤਿਕਾਰ ਕਰ ਰਹੇ ਨੇ। ਬੋਲੇ ਸੋ ਨਿਹਾਲ। ਸਰਦਾਰ ਗੁਰਦਿਆਲ ਸਿੰਘ ਜੀ ਬਤਾਲੇ ਤੋਂ ਪਹੁੰਚੇ। ਕੀਰਤਨ ਦਰਬਾਰ ਸੇਵਾ ਸੁਸਾਇਟੀ ਅਜਨਾਲਾ ਵੱਲੋਂ ਵੀ ਭਾਈ ਸਾਹਿਬ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ। ਆਓ ਸਾਰੇ ਸਿੰਘਾਂ ਵੱਲੋਂ ਜੋ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਦਾ ਅੱਜ ਸਤਿਕਾਰ ਹੋ ਰਿਹਾ ਹੈ, ਰਲਵੇਂ ਰੂਪ ਦੇ ਵਿੱਚ ਆਪਾਂ ਇੱਕ ਜੈਕਾਰਾ ਗਜਾਈਏ। ਬੋਲੇ ਸੋ ਨਿਹਾਲ। ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵੱਲੋਂ ਸਤਿ ਸ੍ਰੀ ਅਕਾਲ। ਤਰਨਾ ਦਲ ਬਾਬਾ ਬਕਾਲਾ ਸਾਹਿਬ ਜੀ ਵੱਲੋਂ ਵੀ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦਿੱਤਾ ਜਾ ਰਿਹਾ ਹੈ। ਸਰਦਾਰ ਨਰਿੰਦਰਪਾਲ ਸਿੰਘ ਜੀ ਪਾਲੀ, ਜਿਨ੍ਹਾਂ ਬਾਰੇ ਸਿੰਘ ਸਾਹਿਬ ਜੀ ਨੇ ਦੱਸਿਆ ਕਿ ਲਗਾਤਾਰ ਹੀ ਗੁਰੂ ਰਾਮਦਾਸ। ਬਾਬਾ ਗੱਜਣ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ ਜੀ। ਬੋਲੇ ਸੋ ਨਿਹਾਲ। ਸਰਦਾਰ ਤਰਲੋਚਨ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਦੇ ਸੁਪੁੱਤਰ, ਜੋ ਹਰ ਸਮਾਗਮ ਵਿੱਚ ਵੀ ਹਾਜ਼ਰੀ ਭਰਦੇ, ਉਹਨਾਂ ਵੱਲੋਂ ਵੀ ਸਨਮਾਨਿਤ ਕੀਤਾ ਗਿਆ। ਸਰਦਾਰ ਤਰਲੋਚਨ ਸਿੰਘ ਜੀ, ਉਹਨਾਂ ਵੱਲੋਂ ਵੀ ਭਾਈ ਸਾਹਿਬ ਜੀ ਦਾ ਸਨਮਾਨ ਕੀਤਾ ਗਿਆ। ਬੋਲੇ ਸੋ ਨਿਹਾਲ। ਮੰਜੀ ਸਾਹਿਬ ਸੰਤੋਖ
ਮੰਜੀ ਸਾਹਿਬ ਦੀ ਸਮੁੱਚੀ ਸੰਗਤ ਵੱਲੋਂ ਵੀ ਸਨਮਾਨ ਕੀਤਾ ਜਾ ਰਿਹਾ ਹੈ। ਸਰਦਾਰ ਰਮਿੰਦਰ ਸਿੰਘ ਜੀ, ਉਹਨਾਂ ਵੱਲੋਂ ਵੀ ਭਾਈ ਸਾਹਿਬ ਜੀ ਨੂੰ ਸਿਰਪਾਓ ਗੁਰੂ ਘਰ ਦੀ ਬਖਸ਼ਿਸ਼ ਦਿੱਤੀ ਜਾ ਰਹੀ ਹੈ। ਬੋਲੇ ਸੋ ਨਿਹਾਲ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਉਹਨਾਂ ਦੇ ਧਰਮ ਸਪਤਨੀ, ਉਹਨਾਂ ਨੂੰ ਅਦਬ ਸਹਿਤ ਬੇਨਤੀ ਹੈ ਕਿ ਆਪ ਜੀ ਕਿਰਪਾ ਕਰਕੇ ਸਟੇਜ ਤੇ ਆ ਜਾਓ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਜੀ ਵੱਲੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਦੀ ਧਰਮ ਸਪਤਨੀ, ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ। ਅਦਬ ਸਹਿਤ ਬੇਨਤੀ ਹੈ, ਦੋਨੋਂ ਹੱਥ ਜੋੜ ਕੇ ਆਪ ਜੀ ਸਟੇਜ ਤੇ ਆ ਜਾਓ ਜੀ। ਯੂਨੀਵਰਸਲ ਸਿੱਖ ਵੈਲਫੇਅਰ ਸਰ ਪਟਿਆਲਾ ਤੋਂ। ਪਟਿਆਲਾ ਜੀ? ਹਾਂਜੀ, ਯੂਨੀਵਰਸਲ ਸਿੱਖ ਵੈਲਫੇਅਰ ਪਟਿਆਲੇ ਤੋਂ ਸੰਗਤ ਪਹੁੰਚੀ ਹੈ, ਉਹਨਾਂ ਵੱਲੋਂ ਵੀ ਭਾਈ ਸਾਹਿਬ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ। ਬੋਲੇ ਸੋ ਨਿਹਾਲ। ਗੁਰੂ ਰਾਮਦਾਸ ਮਹਾਰਾਜ ਦੇ ਦਰ ਘਰ ਦੀ ਵਡਿਆਈ ਕਥਾ ਵਿਚਾਰ ਰਾਹੀਂ ਇੰਨੇ ਸੁੰਦਰ ਢੰਗ ਨਾਲ ਭਾਈ ਸਾਹਿਬ ਜੀ ਲਗਾਤਾਰ 13 ਦਿਨ ਅੰਮ੍ਰਿਤ ਵਰਖਾ ਕਰਦੇ ਰਹੇ। ਅੱਜ ਸਮੁੱਚੀਆਂ ਸੰਗਤਾਂ ਭਾਈ ਸਾਹਿਬ ਦਾ ਮਾਣ ਸਨਮਾਨ ਕਰਦਿਆਂ ਬੜੀ ਖੁਸ਼ੀ ਮਹਿਸੂਸ ਕਰ ਰਹੀਆਂ। ਆ ਹਜ਼ਾਰਾਂ ਦਾ ਇਕੱਠ ਦੱਸ ਰਿਹਾ ਹੈ ਕਿ ਸੰਗਤਾਂ ਕਿਵੇਂ ਭਾਈ ਸਾਹਿਬ ਨੂੰ ਪਿਆਰ ਕਰਦੀਆਂ। ਸਰਦਾਰ ਤਜਿੰਦਰ ਸਿੰਘ ਜੀ ਲੁਧਿਆਣੇ ਤੋਂ, ਉਹਨਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ। ਬਤਾਲੇ ਤੋਂ ਬਾਬਾ ਪੱਲਾ ਜੀ ਦੇ ਅਸਥਾਨ ਤੋਂ ਸਿੱਖ ਸੰਗਤਾਂ ਪਹੁੰਚੀਆਂ ਨੇ, ਉਹਨਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ। ਬੋਲੇ ਸੋ ਨਿਹਾਲ। ਜਿਨ੍ਹਾਂ ਨੇ ਸਨਮਾਨ ਕਰ ਲਿਆ ਹੈ, ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਆਪ ਜੀ ਪਿਛਲੇ ਪਾਸੇ ਜਾਂ ਸਟੇਜ ਤੋਂ ਹੇਠਾਂ ਸੱਜ ਜਾਓ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਉਹਨਾਂ ਦੀ ਧਰਮ ਸਪਤਨੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸੁਖਦੇਵ ਸਿੰਘ ਬੱਬਰ ਦੇ ਸਿੰਘ ਸਾਹਿਬ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ। ਬੋਲੇ ਸੋ ਨਿਹਾਲ। ਸੁਖਦੇਵ ਸਿੰਘ ਬੱਬਰ ਦੇ ਪਰਿਵਾਰ ਵੱਲੋਂ ਦਿਲਬਾਗ ਸਿੰਘ ਚੱਪਾ। ਸਰਦਾਰ ਸੁਖਦੇਵ ਸਿੰਘ ਜੀ ਬੱਬਰ ਦੇ ਪਰਿਵਾਰ ਵੱਲੋਂ ਭਾਈ ਸਾਹਿਬ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਜੀ। ਬੋਲੇ ਸੋ ਨਿਹਾਲ। ਬਾਬਾ ਬਿਧੀ ਚੰਦ ਸੰਪਰਦਾ ਵੱਲੋਂ ਸਿੰਘ ਆਏ ਨੇ, ਬਾਬਾ ਅਵਤਾਰ ਸਿੰਘ ਜੀ ਵੱਲੋਂ ਸਨਮਾਨਿਤ ਕਰਨ ਲਈ। ਆਓ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਤੇ ਸਿੰਘ ਰਲ ਕੇ ਭਾਈ ਸਾਹਿਬ ਦਾ ਸਨਮਾਨ ਕਰਨਗੇ। ਬੋਲੇ ਸੋ ਨਿਹਾਲ। ਭਾਈ ਅੰਮ੍ਰਿਤਪਾਲ ਸਿੰਘ ਜੀ ਅੰਮ੍ਰਿਤ ਵੇਲੇ ਵਾਲੇ, ਉਹਨਾਂ ਵੱਲੋਂ ਵੀ ਭਾਈ ਸਾਹਿਬ ਦਾ ਸਨਮਾਨ ਕੀਤਾ ਜਾ ਰਿਹਾ ਹੈ। ਬੋਲੇ ਸੋ ਨਿਹਾਲ। ਜਿਨ੍ਹਾਂ ਨੇ, ਮੈਂ ਫਿਰ ਬੇਨਤੀ ਕਰਾਂਗਾ ਕਿ ਸਨਮਾਨ ਕਰ ਲਿਆ ਹੈ, ਕਿਰਪਾ ਕਰਕੇ ਪਿਛਲੇ ਪਾਸੇ ਸੱਜ ਜਾਣ ਤਾਂ ਕਿ ਬਾਕੀ ਸੰਗਤ ਵੀ ਜਿਹੜੇ ਭਾਈ ਸਾਹਿਬ ਜੀ ਦਾ ਸਨਮਾਨ ਕਰਨਾ ਚਾਹੁੰਦੇ ਨੇ ਉਹ ਸਤਿਕਾਰ ਨਾਲ ਸਨਮਾਨ ਕਰ ਸਕਣ। ਭਾਈ ਇਕਬਾਲ ਸਿੰਘ ਜੀ ਬੰਬੇ ਤੋਂ ਪਹੁੰਚੇ ਆ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆ ਕੇ ਸਟੇਜ ਤੇ ਬੰਬੇ ਦੀ ਸੰਗਤ ਵੱਲੋਂ ਭਾਈ ਸਾਹਿਬ ਜੀ ਦਾ ਸਨਮਾਨ ਕਰਨ। ਬੋਲੇ ਸੋ ਨਿਹਾਲ। ਗੁਰੂ ਰਾਮਦਾਸ ਜੀ ਦੇ ਘਰ ਫੁੱਲਾਂ ਦੀ ਸਜਾਵਟ ਦੀ ਸੇਵਾ ਬੰਬੇ ਦਾ ਪਰਿਵਾਰ, ਦਿੱਲੀ ਵਾਲੀ ਸੰਗਤ ਹਰ ਸਾਲ ਲੈਂਦੀ ਹੈ। ਉਹ ਵੀ ਭਾਈ ਸਾਹਿਬ ਜੀ ਦਾ ਸਨਮਾਨ ਕਰਨ ਵਾਸਤੇ ਪਹੁੰਚੇ। ਅਸੀਂ ਜੀ ਆਇਆਂ ਕਹਿੰਦੇ ਹਾਂ ਤੇ ਸਤਿਕਾਰ ਵਿੱਚ ਭਾਈ ਸਾਹਿਬ ਦੇ ਜੈਕਾਰਾ ਗਜਾਉਂਦੇ ਆ। ਬੋਲੇ ਸੋ ਨਿਹਾਲ।